ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੁ ਅੰਗਦ ਦੁਖ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਗੁਰ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਨਾਮ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ। ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਇ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਇ। ਸਤਨਾਮ ਵਾਹਿਗੁਰੂ ਸਾਹਿਬ ਜੀ। ਜੋ ਨਰ ਗੁਰਮੁਖ ਪਾਏ ਪਦਾਰਥ। ਜਨਮ ਸਹਿਤ ਨਿਜ ਕਰਹਿ ਸਕਾਰਥ। ਜਹ ਸਤ ਸੰਗਤ ਕੋ ਹੋਏ ਮੇਲ। ਕਥਾ ਕੀਰਤਨ ਕੋ ਰਸ ਝੇਲ। ਜੋ ਨਰ ਗੁਰਮੁਖ ਪਾਏ ਪਦਾਰਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ। ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਥ ਪ੍ਰਤੱਖ ਹਾਰ। ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ। ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ। ਕੀਮਤੀ ਭੇਟਾਵਾਂ ਗੁਰੂ ਚਰਨਾਂ ਵਿੱਚ ਅਰਪਣ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਜੋ ਵੀ ਮਨ ਦੀਆਂ ਇੱਛਾਵਾਂ ਨੇ ਉਹ ਪੂਰੀਆਂ ਹੁੰਦੀਆਂ ਨੇ। ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਚੱਲ ਕੇ ਭਾਈ ਚੂਹੜ ਤੇ ਭਾਈ ਪੁਰੀਆ ਜੀ ਇੱਕ ਨਗਰ ਦੇ ਦੋਵੇਂ ਚੌਧਰੀ ਸਨ। ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਨੇ।
ਭੇਟਾ ਰੱਖ ਕੇ ਨਮਸਕਾਰ ਕੀਤੀ ਹੈ। ਸਤਿਗੁਰੂ ਜੀ ਦੇ ਸਾਹਮਣੇ ਬੈਠ ਕੇ ਬੇਨਤੀ ਕਰਨ ਲੱਗੇ, ਮਹਾਰਾਜ ਕਿਰਪਾ ਕਰੋ, ਸਾਨੂੰ ਉਪਦੇਸ਼ ਦੇਵੋ। ਅਸੀਂ ਦੋਨੋਂ ਨਗਰ ਦੇ ਚੌਧਰੀ ਹਾਂ ਤੇ ਆਪਣੇ ਕਿੱਤੇ ਦੇ ਵਿੱਚ ਅਸੀਂ ਝੂਠ ਬੜਾ ਬੋਲਦੇ ਹਾਂ। ਐਸਾ ਕੋਈ ਉਪਦੇਸ਼ ਦੇਵੋ ਜਿਹਦੇ ਨਾਲ ਸਾਡੀ ਵੀ ਕਲਿਆਣ ਹੋ ਸਕੇ। ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਣ ਕੇ ਇਹ ਬਚਨ ਕਹੇ ਨੇ। ਮਹਾਰਾਜ ਕਹਿਣ ਲੱਗੇ ਕਿ ਜਿਹੜਾ ਝੂਠ ਹੈ, ਕ੍ਰੋਧ ਹੈ, ਅਹੰਕਾਰ ਹੈ, ਇਹਨਾਂ ਦਾ ਤਿਆਗ ਕਰੋ, ਕਿਉਂਕਿ ਝੂਠ ਦੇ ਬਰਾਬਰ ਹੋਰ ਕੋਈ ਪਾਪ ਨਹੀਂ। ਜਿਹੜਾ ਝੂਠ ਹੈ ਉਹ ਜੀਵ ਦੀ ਅਧੋਗਤੀ ਕਰਦਾ ਹੈ। ਕਲਯੁਗ ਦੇ ਸਮੇਂ ਅੰਦਰ ਝੂਠ ਸਾਰੇ ਪਾਪਾਂ ਦਾ ਆਗੂ ਹੈ ਤੇ ਝੂਠ ਹੀ ਵਿਕਾਰਾਂ ਦੀ ਰਾਜਧਾਨੀ ਹੈ। ਜਿਹੜਾ ਇਹ ਨੇਮ ਬਣਾਵੇ ਕਿ ਮੈਂ ਝੂਠ ਨਹੀਂ ਬੋਲਣਾ, ਉਹਦੀ ਸੁਖੈਨ ਹੀ ਗਤੀ ਹੁੰਦੀ ਹੈ, ਕਲਿਆਣ ਹੁੰਦੀ ਹੈ। ਇਹ ਗੁਰੂ ਸਾਹਿਬ ਜੀ ਤੋਂ ਉਪਦੇਸ਼ ਸੁਣ ਕੇ ਭਾਈ ਪੁਰੀਆ ਜੀ ਕਹਿਣ ਲੱਗੇ, ਮਹਾਰਾਜ ਅਸੀਂ ਚੌਧਰੀ ਹਾਂ ਤੇ ਜੇ ਅਸੀਂ ਝੂਠ ਨਾ ਬੋਲੀਏ ਤੇ ਫਿਰ ਸਾਡਾ ਕੰਮ ਚੱਲਦਾ ਨਹੀਂ। ਤੇ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਫਿਰ ਤੁਸੀਂ ਇਹ ਬਚਨ ਮੰਨੋ ਕਿ ਆਪਣੇ ਨਗਰ ਦੇ ਵਿੱਚ ਇੱਕ ਧਰਮਸ਼ਾਲਾ ਬਣਾਓ। ਉਹ ਧਰਮਸ਼ਾਲਾ ਦੇ ਵਿੱਚ ਕਥਾ ਕੀਰਤਨ ਦਾ ਪ੍ਰਵਾਹ ਚਲਾਓ ਤੇ ਇਹ ਨੇਮ ਬਣਾਓ ਕਿ ਜਿਹੜਾ ਚੰਗਾ ਕੰਮ ਕੀਤਾ ਉਹ ਵੀ ਸ਼ਾਮਾਂ ਨੂੰ ਆ ਕੇ ਧਰਮਸ਼ਾਲਾ ਵਿੱਚ ਲਿਖਾ ਦੇਣਾ ਤੇ ਜਿਹੜਾ ਮਾੜਾ ਕੰਮ ਹੋਇਆ ਹੈ ਉਹ ਵੀ ਤੁਸੀਂ ਆ ਕੇ ਲਿਖਾਉਣਾ ਹੈ। ਜਦੋਂ ਤੁਸੀਂ ਮਹੀਨੇ ਬਾਅਦ ਇੱਥੇ ਆਓਗੇ ਦਰਸ਼ਨ ਕਰਨ ਤੇ ਉਹ ਸਾਰੇ ਆਪਣੇ ਕਾਗਜ਼ ਇੱਥੇ ਲੈ ਕੇ ਆਇਓ। ਇਸੇ ਤਰ੍ਹਾਂ ਸਤਿਗੁਰਾਂ ਦਾ ਬਚਨ ਮੰਨਿਆ ਭਾਈ ਚੂੜ ਤੇ ਭਾਈ ਪੁਰੀਏ ਨੇ ਆਪਣੇ ਨਗਰ ਚਲੇ ਗਏ, ਸੋਹਣੀ ਧਰਮਸ਼ਾਲਾ ਬਣਾਈ ਹੈ। ਉਸ ਧਰਮਸ਼ਾਲਾ ਦੇ ਵਿੱਚ ਕਥਾ ਕੀਰਤਨ ਦਾ ਪ੍ਰਵਾਹ ਚਲਾਇਆ। ਜੋ ਵੀ ਝੂਠ ਬੋਲਦੇ ਸੀ ਉਹ ਸ਼ਾਮਾਂ ਦੇ ਵਕਤ ਆ ਕੇ ਧਰਮਸ਼ਾਲਾ ਲਿਖਾ ਦੇਣਾ ਤੇ ਜਦੋਂ ਮਹੀਨੇ ਬਾਅਦ ਸਤਿਗੁਰਾਂ ਦੇ ਦਰਸ਼ਨ ਕਰਨ ਆਏ ਤੇ ਉਹ ਆਪਣੇ ਸਾਰੇ ਕਾਗਜ਼ ਲੈ ਕੇ ਆਏ। ਸਤਿਗੁਰਾਂ ਦੇ ਦਰਬਾਰ ਵਿੱਚ ਖਲੋ ਕੇ ਆਪਣੇ ਸਾਰੇ ਜਿਹੜੇ ਝੂਠ ਸੀ ਉਹ ਬੋਲੇ, ਨਾਲੇ ਤਾਂ ਆਪਣੇ ਝੂਠ ਸੁਣਾਉਣ ਤੇ ਨਾਲੇ ਸ਼ਰਮਿੰਦੇ ਹੋਣ। ਇਸ ਤਰ੍ਹਾਂ ਇੱਕ ਮਹੀਨਾ, ਦੂਜਾ ਮਹੀਨਾ ਜਦ ਚੜ੍ਹਿਆ ਤੇ ਫਿਰ ਜਦੋਂ ਵੀ ਝੂਠ ਬੋਲਣ ਲੱਗਣ ਤੇ ਫਿਰ ਥੋੜ੍ਹਾ ਸੰਕੋਚ ਕਰਨ ਕਿ ਗੁਰੂ ਦੇ ਦਰਬਾਰ ਵਿੱਚ ਜਾ ਕੇ ਸੰਗਤ ਵਿੱਚ ਖਲੋ ਕੇ ਆਪਣੇ ਝੂਠ ਨੂੰ, ਮਾੜੇ ਕੰਮਾਂ ਨੂੰ ਸੁਣਾਉਣਾ ਪੈਣਾ ਹੈ। ਇਸ ਲਈ ਇਹਨਾਂ ਨੇ ਘੱਟ ਕਰਤੇ ਝੂਠ ਬੋਲਣੇ। ਤੀਸਰੇ ਮਹੀਨੇ ਬਹੁਤੇ ਘਟਾ ਦਿੱਤੇ। ਉਹ ਤਕਰੀਬਨ 6 ਮਹੀਨਿਆਂ ਦੇ ਵਿੱਚ ਸਾਰੇ ਔਗੁਣਾਂ ਦਾ ਤਿਆਗ ਕਰ ਦਿੱਤਾ। ਸੰਗਤ ਦੇ ਵਿੱਚ ਇਹਨਾਂ ਦੀ ਸ਼ੋਭਾ ਹੋਣ ਲੱਗੀ ਤੇ ਵਿਕਾਰਾਂ ਦਾ ਤਿਆਗ ਕਰਕੇ ਗੁਰੂ ਕੇ ਸਿੱਖ ਬਣੇ ਤੇ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਸਭਾ ਦੇ ਮੁਖੀ ਬਣਾ ਦਿੱਤਾ। ਇਹ ਮਾਣ ਵੀ ਗੁਰੂ ਦਰਬਾਰ ਵਿੱਚੋਂ ਮਿਲਿਆ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਇਹਨਾਂ ਦਾ ਮੁਖ ਉਜਲਾ ਹੋਇਆ। ਇਹ ਵਿਚਾਰ ਆਪਾਂ ਸਰਵਣ ਕੀਤੀ ਹੈ। ਫਿਰ ਭਾਈ ਪੈੜਾ ਜੀ, ਭਾਈ ਦੁਰਗਾ ਜੀ, ਇਹ ਵੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਏ ਨੇ। ਸੰਗਤ ਜੀ, ਇਹ ਮੁਖੀ ਸਿੱਖਾਂ ਦੇ ਨਾਮ ਨੇ ਜਿਨ੍ਹਾਂ ਦਾ ਜ਼ਿਕਰ ਭਾਈ ਸਾਹਿਬ ਜੀ ਨੇ ਇਤਿਹਾਸ ਅੰਦਰ ਕੀਤਾ ਹੈ। ਇਹਨਾਂ ਨੇ ਵੀ ਆ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਹੈ, ਮਹਾਰਾਜ ਕੈਸ ਕਿਰਪਾ ਕਰਕੇ ਐਸਾ ਉਪਦੇਸ਼ ਦੇਵੋ ਜਿਹਦੇ ਨਾਲ ਸਾਡੇ ਕਲੇਸ਼ ਕੱਟੇ ਜਾਣ ਤੇ ਮਨ ਵਿੱਚ ਸ਼ਾਂਤੀ ਆਵੇ। ਇਸ ਤਰ੍ਹਾਂ ਸਤਿਗੁਰੂ ਜੀ ਨੇ ਇਹਨਾਂ ਦੀ ਦ੍ਰਿੜ ਸ਼ਰਧਾ ਦੇਖ ਕੇ ਇਹ ਉਪਦੇਸ਼ ਦਿੱਤਾ। ਗੁਰਦੇਵ ਕਹਿੰਦੇ ਪੂਰਬਲੇ ਜਨਮਾਂ ਦੇ ਵਿੱਚ ਜਿਨ੍ਹਾਂ ਨੇ ਚੰਗੇ ਕਰਮ ਕੀਤੇ ਹਨ, ਇਸ ਜਨਮ ਦੇ ਵਿੱਚ ਉਹਨਾਂ ਨੇ ਚੰਗੇ ਪਦਾਰਥ ਪ੍ਰਾਪਤ ਕੀਤੇ ਨੇ। ਜਿਸ ਤਰ੍ਹਾਂ ਘਰ ਵਿੱਚ ਸ਼ਾਂਤੀ, ਦੇਹ ਅਰੋਗਤਾ, ਸਤਵੰਤੀ ਇਸਤਰੀ, ਚੰਗਾ ਆਗਿਆਕਾਰ ਪੁੱਤਰ, ਘਰ ਵਿੱਚ ਪਸ਼ੂ ਚੰਗੇ ਦੁੱਧ ਦੇਣ ਵਾਲੇ ਗਊ ਮੱਝਾਂ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਿਨ੍ਹਾਂ ਘਰਾਂ ਦੇ ਵਿੱਚ ਪਸ਼ੂ ਹੁੰਦੇ ਸੀ ਦੁੱਧ ਦੇਣ ਵਾਲੇ, ਉਹਨਾਂ ਨੂੰ ਮਾਨ ਸਤਿਕਾਰ ਵੀ ਮਿਲਦਾ ਸੀ ਕਿ ਇਹਨਾਂ ਦੇ ਘਰ ਦੇ ਹੀ ਆਪਣੇ ਪਸ਼ੂ ਨੇ, ਘਰ ਦਾ ਹੀ ਦੁੱਧ ਹੈ। ਇਹ ਸਾਰੇ ਪਦਾਰਥ ਅਤੇ ਹੋਰ ਘਰ ਵਿੱਚ ਜਿਹੜੇ ਚੰਗੇ ਪਦਾਰਥ ਨੇ ਉਹਨਾਂ ਨੂੰ ਪ੍ਰਾਪਤ ਹੋਏ ਨੇ ਜਿਨ੍ਹਾਂ ਨੇ ਪੂਰਬਲੇ ਕਰਮਾਂ ਜਨਮ ਦੇ ਵਿੱਚ ਚੰਗੇ ਕਰਮ ਕੀਤੇ ਸਨ। ਇਹ ਉਪਦੇਸ਼ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। ਆਓ ਗੁਰ ਸੰਗਤ ਜੀ, ਜਿਸ ਤਰ੍ਹਾਂ ਕਿ ਕਥਾ ਆ ਰਹੀ ਹੈ, ਭਾਈ ਪੈੜਾ ਜੀ, ਭਾਈ ਦੁਰਗਾ ਜੀ ਗੁਰੂ ਸਾਹਿਬ ਤੋਂ ਉਪਦੇਸ਼ ਦੀ ਜਾਚਨਾ ਕਰਦੇ ਨੇ
ਇਹ ਉਪਦੇਸ਼ ਸਤਿਗੁਰਾਂ ਦਾ ਸਾਡੇ ਸਾਰਿਆਂ ਲਈ ਸਾਂਝਾ ਹੈ, ਕਮਾਉਣ ਵਾਲਾ ਹੈ। ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਸਤਿਗੁਰੂ ਸਾਹਿਬ ਜੀ ਦਾ ਅੰਮ੍ਰਿਤਮਈ ਜੋ ਇਤਿਹਾਸ ਹੈ, ਇਸ ਅੰਮ੍ਰਿਤ ਨੂੰ ਕੰਨਾਂ ਨੂੰ ਡੂਨੇ ਬਣਾ ਕੇ ਪੀਣ ਦਾ ਯਤਨ ਕਰੀਏ। ਆਪ ਸਾਰੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੋ ਨਰ ਗੁਰਮੁਖ ਪਾਏ ਪਦਾਰਥ। ਗੁਰਦੇਵ ਕਹਿੰਦੇ ਹਨ ਕਿ ਜਿਸ ਮਨੁੱਖ ਨੂੰ ਇਹ ਸਾਰੇ ਪਦਾਰਥ ਮਿਲੇ ਹਨ ਅਤੇ ਸਾਰੇ ਪਦਾਰਥਾਂ ਨਾਲੋਂ ਕੀਮਤੀ ਪਦਾਰਥ ਹੈ ਮਨੁੱਖਾ ਜਨਮ। ਇਹ ਮਨੁੱਖਾ ਜਨਮ ਵੀ ਭਾਗਾਂ ਦੀ ਨਿਸ਼ਾਨੀ ਹੈ। ਜਿੱਥੇ ਪ੍ਰਮਾਤਮਾ ਨੇ 84 ਲੱਖ ਜੂਨਾਂ ਬਣਾਈਆਂ ਨੇ, ਉਹਨਾਂ ਜੂਨਾਂ ਵਿੱਚੋਂ ਜੇ ਸਰਦਾਰ ਹੈ ਤੇ ਉਹ ਮਨੁੱਖ ਹੈ। ਭਾਵੇਂ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਟੇਢੀਆਂ ਜੂਨਾਂ ਜਿਨ੍ਹਾਂ ਨੂੰ ਮੰਨਿਆ ਗਿਆ, ਉਹ ਵੀ ਆਪਣੇ ਸਰੀਰ ਦੇ ਨਾਲ ਕਿੰਨੀਆਂ ਪਿਆਰ ਕਰਦੀਆਂ ਨੇ ਕਿ ਜਦੋਂ ਉੱਤੇ ਕਿਸੇ 'ਤੇ ਮਾੜੀ ਘੜੀ ਬਣਦੀ ਹੈ ਤੇ ਆਪਣੀ ਜਾਨ ਬਚਾਉਣ ਦਾ ਯਤਨ ਕਰਨਗੀਆਂ। ਪਰ ਇੱਕ ਮਨੁੱਖ ਹੀ ਹੈ ਨਾ ਕਿ ਜਦੋਂ ਦੇਖਦਾ ਹੈ ਕਿ ਮੇਰੇ 'ਤੇ ਦੁੱਖ ਦੀ ਘੜੀ ਬਣੀ ਹੈ ਤੇ ਆਪਣੇ ਪ੍ਰਾਣਾਂ ਨੂੰ ਖਤਮ ਕਰਨ ਦਾ ਵੀ ਯਤਨ ਮਨੁੱਖ ਹੀ ਕਰਦਾ ਹੈ। ਬਾਕੀ ਜੂਨਾਂ ਉਹ ਨਿਉਨ ਜੂਨਾਂ ਨੇ, ਮਨੁੱਖਾ ਜਨਮ ਸਭ ਤੋਂ ਉੱਤਮ ਹੈ ਤੇ ਮਨੁੱਖਾਂ ਦੇ ਹੀ ਪਾ ਕੇ ਤੇ ਬੰਦੇ ਨੂੰ ਖੁਸ਼ ਹੋਣਾ ਚਾਹੀਦਾ ਸੀ ਕਿ ਪਰਮਾਤਮਾ ਨੇ ਕਿੰਨੀ ਕਿਰਪਾ ਕੀਤੀ ਹੈ, ਸਾਨੂੰ ਮਨੁੱਖਾ ਸਰੀਰ ਦਿੱਤਾ ਹੈ। ਪਰ ਖੁਸ਼ ਤਾਂ ਹੋਵਾਂਗੇ, ਸੁਖੀ ਤਾਂ ਹੋਵਾਂਗੇ ਜੇ ਵਾਕਈ ਆਪਾਂ ਸਮਝ ਸਕੀਏ ਕਿ ਮਨੁੱਖਾ ਜਨਮ ਸਾਨੂੰ ਮਿਲਿਆ ਕਿਹਦੇ ਵਾਸਤੇ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਸਾਨੂੰ ਇਹ ਦੇਹੀ ਮਿਲੀ ਤਾਂ ਹੈ ਕਿ ਮਨੁੱਖਾ ਜਨਮ ਪਾ ਕੇ ਅਸੀਂ ਸੇਵਾ ਕਰ ਸਕੀਏ, ਸਿਮਰਨ ਕਰ ਸਕੀਏ, ਕਿਉਂਕਿ ਸਾਰੇ ਸੁੱਖਾਂ ਦਾ ਜੋ ਮੁੱਢ ਹੈ ਉਹ ਪਰਮਾਤਮਾ ਹੈ। ਜਦੋਂ ਜੀਵ ਆਪਣੇ ਮੁੱਢ ਤੋਂ ਦੂਰ ਜਾਂਦਾ ਹੈ, ਮੂਲ ਤੋਂ ਦੂਰ ਜਾਂਦਾ ਹੈ, ਪਰਮਾਤਮਾ ਦੇ ਸਿਮਰਨ ਤੋਂ, ਭਜਨ ਤੋਂ, ਬੰਦਗੀ ਤੋਂ, ਸੰਗਤ ਤੋਂ, ਤੇ ਫਿਰ ਦਰ ਦਰ 'ਤੇ ਜਾ ਕੇ, ਥਾਂ ਥਾਂ 'ਤੇ ਜਾ ਕੇ ਠੋਕਰਾਂ ਖਾਉਂਦਾ ਹੈ, ਦੁਖੀ ਹੁੰਦਾ ਹੈ। ਜੇ ਪਰਮਾਤਮਾ ਦੇ ਨਾਲ ਜੁੜਿਆ ਰਵੇ ਤੇ ਫਿਰ ਸਾਰੇ ਜਿਹੜੇ ਸੁੱਖ ਨੇ ਦੀ ਝੋਲੀ ਵਿੱਚ ਪਰਮਾਤਮਾ ਵਾਹਿਗੁਰੂ ਪਾਉਂਦਾ ਹੈ। ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕਿ ਸ਼ਰਣੀ ਪਾਈ। ਇਹਨਾਂ ਨੂੰ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ। ਗੁਰਦੇਵ ਕਹਿੰਦੇ ਜੋ ਨਰ ਗੁਰਮੁਖ ਪਾਏ ਪਦਾਰਥ, ਜਿਨ੍ਹਾਂ ਨੇ ਮਨੁੱਖਾ ਜਨਮ ਪ੍ਰਾਪਤ ਕੀਤਾ ਹੈ, ਜਨਮ ਸਹਿਤ ਨਿਜ ਕਰਹਿ ਸਕਾਰਥ। ਚਾਹੀਦਾ ਹੈ ਕਿ ਮਨੁੱਖ ਨੂੰ ਜਿੰਨੇ ਵੀ ਪਦਾਰਥ ਮਿਲੇ ਨੇ, ਇਹ ਸਰੀਰ ਤੋਂ ਲੈ ਕੇ ਸਾਰੇ ਘਰ ਦੇ ਪਦਾਰਥਾਂ ਤੱਕ ਇਹਨਾਂ ਦੀ ਸਫਲਤਾ ਕਰਨੀ ਚਾਹੀਦੀ। ਇਹਨਾਂ ਪਦਾਰਥਾਂ ਦੀ ਵੀ ਚਲੋ ਸਰੀਰ ਮਿਲਿਆ ਹੈ, ਮਨੁੱਖਾ ਜਨਮ ਕੀਮਤੀ ਪਦਾਰਥ ਹੈ। ਜਿੰਨੇ ਪਦਾਰਥ ਸਾਨੂੰ ਘਰ ਵਿੱਚ ਮਿਲੇ ਨੇ, ਉਹਨਾਂ ਸਾਰਿਆਂ ਨਾਲੋਂ ਕੀਮਤੀ ਕੀ ਹੈ? ਇਹ ਮਨੁੱਖਾ ਦੇਹੀ। ਜੇ ਮਨੁੱਖਾ ਦੇਹੀ ਸਰੀਰ ਤੰਦਰੁਸਤ ਹੈ ਤੇ ਫਿਰ ਸਾਰੇ ਪਦਾਰਥ ਸਾਡੇ ਲਈ ਜਿਹੜੇ ਨੇ ਉਹ ਸੁਖਦਾਇਕ ਨੇ। ਜੇ ਘਰ ਵਿੱਚ ਸਾਧਨ ਹਨ, ਚੰਗੇ ਸਾਧਨ ਹਨ, ਗੱਡੀਆਂ ਨੇ, ਕੋਠੀ ਹੈ, ਬੰਗਲਾ ਹੈ, ਚੰਗਾ ਧਨ ਹੈ, ਚਾਰ ਪਦਾਰਥ ਘਰ ਦੇ ਵਿੱਚ ਹਨ, ਚੰਗਾ ਅੰਨ ਘਰ ਦੇ ਵਿੱਚ ਹੈ, ਪਰ ਉਹਨਾਂ ਦਾ ਵੀ ਸੁੱਖ ਤਾਂ ਮਾਣ ਸਕਦੇ ਹਾਂ ਜੇ ਸਾਡਾ ਸਰੀਰ ਤੰਦਰੁਸਤ ਹੈ। ਇਸ ਲਈ ਸਰੀਰ ਤੋਂ ਲੈ ਕੇ ਜਿੰਨੇ ਵੀ ਘਰ ਦੇ ਵਿੱਚ ਪਦਾਰਥ ਹਨ, ਉਹਨਾਂ ਨੂੰ ਸਕਾਰਥ ਦਾ ਭਾਵ ਹੈ ਸਫਲੇ ਕਰਨਾ ਚਾਹੀਦਾ। ਅਤੇ ਇਹਨਾਂ ਦੀ ਸਫਲਤਾ ਕਿਸ ਤਰ੍ਹਾਂ ਹੋਵੇਗੀ ਉਹ ਅੱਗੇ ਗੁਰਦੇਵ ਦੱਸਦੇ ਹਨ। ਜਹ ਸਤ ਸੰਗਤ ਕੋ ਹੋਏ ਮੇਲ। ਗੁਰਦੇਵ ਕਹਿੰਦੇ ਹਨ ਸਭ ਤੋਂ ਪਹਿਲਾਂ ਹੀ ਸਰੀਰ ਦੀ ਸਫਲਤਾ, ਇਹਨੂੰ ਕਰਨ ਵਾਸਤੇ ਉਪਦੇਸ਼ ਦਿੱਤਾ ਹੈ ਜਿੱਥੇ ਵੀ ਸੰਗਤ ਦਾ ਜੋੜ ਮੇਲਾ ਹੋਵੇ, ਕਥਾ ਕੀਰਤਨ ਕੋ ਰਸ ਝੇਲ। ਤੇ ਸੰਗਤ ਦੇ ਵਿੱਚ ਜਾ ਕਰਕੇ ਕਥਾ ਕੀਰਤਨ ਦਾ ਰਸ ਮਾਣੇ। ਇਹ ਮਨੁੱਖਾ ਜਨਮ ਸਫਲ ਕਰਨ ਦੀ ਸਤਿਗੁਰਾਂ ਨੇ ਗੱਲ ਕੀਤੀ, ਕਿਉਂਕਿ ਸਭ ਤੋਂ ਪਹਿਲਾ ਪਦਾਰਥ, ਕੀਮਤੀ ਪਦਾਰਥਾਂ ਵਿੱਚੋਂ ਕੀਮਤੀ ਪਦਾਰਥ ਇਹ ਮਨੁੱਖਾ ਦੇ ਹੀ ਹੈ। ਅਤੇ ਇਹਦੀ ਸਫਲਤਾ ਤਾਂ ਹੈ ਜੇ ਸੰਗਤ ਕਰੇਗਾ। ਜਿੱਥੇ ਸੰਗਤ ਦੇ ਵਿੱਚ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੋਵੇ, ਉਹਨੂੰ ਵੀ ਸੰਗਤ, ਕਈ ਲੋਕ ਕਹਿੰਦੇ ਨੇ ਜਿੱਥੇ ਇੱਕ 4 ਬੰਦਿਆਂ ਦਾ ਇਕੱਠ ਹੋਵੇ, 10 ਬੰਦੇ ਜੁੜ ਕੇ ਬੈਠ ਜਾਣ ਤੇ ਕਹਿੰਦੇ ਜੀ ਸੰਗਤ ਕਰ ਰਹੇ। ਪਰ ਸੰਗਤ ਉਹ ਹੈ ਜਹ ਸਤਿਗੁਰ, ਜਿੱਥੇ ਸਤਿਗੁਰੂ ਹੋਵੇ ਉੱਥੇ ਸਤ ਸੰਗਤ ਕਰੇ। ਜਿੱਥੇ ਗੁਰੂ ਦੀ ਗੱਲ ਹੋਵੇ, ਜਿੱਥੇ ਪਰਮਾਤਮਾ ਦੇ ਨਾਮ ਦੀ ਗੱਲ ਹੋਵੇ, ਮਹਾਰਾਜ ਕਹਿੰਦੇ ਜਿੱਥੇ ਕਥਾ ਕੀਰਤਨ ਦਾ ਪ੍ਰਵਾਹ ਚੱਲੇ, ਉੱਥੇ ਜਾ ਕਰਕੇ ਜਿਹੜਾ ਕਥਾ ਵਿੱਚੋਂ, ਕੀਰਤਨ ਵਿੱਚੋਂ ਰਸ ਪ੍ਰਾਪਤ ਕਰੇ। ਤਿਨ ਕਹੋ ਭੋਜਨ 4 ਪ੍ਰਕਾਰਾ। ਫਿਰ ਮਹਾਰਾਜ ਕਹਿੰਦੇ ਨੇ ਕਿ ਸੰਗਤ ਦੇ ਤਾਈਂ, ਗੁਰਸਿੱਖਾਂ ਦੇ ਤਾਈਂ 4 ਪ੍ਰਕਾਰ ਦੇ ਜਿਹੜੇ ਪਦਾਰਥ ਹਨ, ਭੋਜਨ ਹਨ, ਉਹ ਛਕਾਵੇ। ਸਵਾਦ ਸਨਿਗਧ ਮధుਰ ਰਸਵਾਰਾ। ਬਹੁਤੇ ਸਵਾਦਲੇ ਪਦਾਰਥ, ਘਿਓ ਵਾਲੇ,
ਮਿੱਠੇ ਅਤੇ ਹੋਰ ਕਈ ਪ੍ਰਕਾਰ ਦੇ ਜਿਹੜੇ ਪਦਾਰਥ ਹਨ, ਪੰਕਤ ਮਹਿ ਕਰ ਸੋ ਵਰਤਾਏ। ਸੰਗਤ ਦੀ ਪੰਗਤ ਦੇ ਵਿੱਚ ਜਾ ਕਰਕੇ ਭੋਜਨ ਪ੍ਰਸ਼ਾਦਾ ਜਿਹੜਾ ਉਹ ਵਰਤਾਵੇ। ਮੁਦਤ ਹੋਏ ਸਾਦਰ ਅਚਵਾਏ। ਪ੍ਰਸੰਨ ਹੋ ਕਰਕੇ ਸੰਗਤ ਨੂੰ ਲੰਗਰ ਛਕਾਵੇ। ਮ੍ਰਿਦਲ ਗਿਰਾ ਕਹਿ ਬਾਰੰਬਾਰਾ। ਫਿਰ ਬਾਰ-ਬਾਰ ਸੰਗਤ ਦੇ ਨਾਲ ਮਿੱਠੇ ਬੋਲ ਬੋਲੇ। ਤ੍ਰਿਪਤਾਵੋ ਦੇ ਭਲੇ ਆਹਾਰਾ। ਚੰਗਾ ਜਿਹੜਾ ਪਕਵਾਨ ਹੈ ਸੰਗਤ ਨੂੰ ਛਕਾ ਕੇ, ਗੁਰਸਿੱਖਾਂ ਨੂੰ ਛਕਾ ਕੇ ਤ੍ਰਿਪਤ ਕਰੇ। ਕਾਰਿਆਰ ਚਰਨ ਪਖਾਰ ਬਿਠਾਵਾ। ਸੰਗਤ ਦੇ ਸਿੱਖਾਂ ਦੇ ਚਰਨਾਂ ਨੂੰ ਧੋ ਕੇ ਉਹਨਾਂ ਨੂੰ ਬਿਠਾਵੇ। ਕਾਮ ਸਵੇਦ ਤੇ ਵਾਯੂ ਚੁਲਾਵਾ। ਤੇ ਜੇ ਕਿਤੇ ਗਰਮੀ ਦੇ ਦਿਨ ਹੋਣ, ਮੁੜਕਾ ਆ ਰਿਹਾ ਹੋਵੇ, ਤੇ ਫਿਰ ਸੰਗਤ ਨੂੰ, ਗੁਰਸਿੱਖਾਂ ਨੂੰ ਪੱਖਾ ਚੱਲਣ ਦੀ ਸੇਵਾ ਕਰੇ। ਸੋ ਇਹ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਬਖਸ਼ਿਆ ਕਿ ਆਪਾਂ ਚਾਹੁੰਦੇ ਹਾਂ ਕਿ ਸਾਡਾ ਜੀਵਨ ਸਫਲਾ ਹੋਵੇ। ਇਹ ਜੀਵਨ ਦੀ ਸਫਲਤਾ ਵਾਸਤੇ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ। ਇਹ ਮਨੁੱਖਾ ਜਨਮ ਤਾਂ ਸਫਲ ਹੋ ਸਕਦਾ ਹੈ ਜੇ ਸੰਗਤ ਕਰੇ। ਫਿਰ ਗੁਰੂ ਸਾਹਿਬ ਦਾ ਉਪਦੇਸ਼ ਹੈ ਵਿਣ ਸੇਵਾ। ਭਾਈ ਗੁਰਦਾਸ ਜੀ ਲਿਖਦੇ ਨੇ, ਧ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ। ਸੇਵਾ ਤੋਂ ਬਿਨਾਂ ਇਹ ਹੱਥ ਪੈਰ ਤ੍ਰਿਕਾਰ ਹਨ। ਇਸ ਲਈ ਇਹਨਾਂ ਦੀ ਸਫਲਤਾ ਕਰਨ ਵਾਸਤੇ, ਧਨ ਨੂੰ ਸਫਲਾ ਕਰਨ ਵਾਸਤੇ ਸੰਗਤ ਨੂੰ ਲੰਗਰ ਛਕਾਵੇ ਤੇ ਪੰਗਤ ਦੇ ਵਿੱਚ ਆਪ ਲੰਗਰ ਵਰਤਾਵੇ। ਜੇ ਕਿਤੇ ਮੁੜਕਾ ਆ ਰਿਹਾ ਹੋਵੇ ਗਰਮੀ ਦੇ ਦਿਨਾਂ ਦੇ ਵਿੱਚ, ਤੇ ਫਿਰ ਉੱਥੇ ਪੱਖਾ ਚੱਲੇ। ਇਹ ਵੀ ਬੜੀ ਵੱਡੀ ਸੇਵਾ ਹੈ। ਜਬ ਲਓ ਧਨ ਚਲੇ ਆਏ ਵਧੇਰੇ। ਜਿੰਨਾ ਚਿਰ ਘਰ ਦੇ ਵਿੱਚ ਬਹੁਤਾ ਧਨ ਚੱਲ ਕੇ ਆਵੇ, ਨਿਤ ਤ੍ਰਿਪਤਾਵੇ ਸੰਤ ਕਨੇਰੇ। ਫਿਰ ਹਰ ਰੋਜ਼ ਉਸ ਧਨ ਦੇ ਨਾਲ ਉਹਦੀ ਸਫਲਤਾ ਕਰਨ ਵਾਸਤੇ ਗੁਰਸਿੱਖਾਂ ਨੂੰ, ਸੰਗਤ ਨੂੰ ਤ੍ਰਿਪਤ ਕਰੇ। ਪਾਸ਼ਲ ਬਚਿਓ ਆਹਾਰ ਸੋ ਖਾਵੈ। ਉਹਦਾ ਲੰਗਰ ਤਿਆਰ ਕਰੇ, ਸੰਗਤ ਵਿੱਚ ਵਰਤਾਵੇ, ਤੇ ਜਿਹੜਾ ਬਚ ਜਾਵੇ ਪਿੱਛੋਂ ਆਪ ਛਕੇ। ਮਹਾ ਪੁਨੀਤ ਪੁਨੀਤ ਬਣਾਵੈ। ਫਿਰ ਪਵਿੱਤਰ ਤੋਂ ਮਹਾ ਪੁਨੀਤ ਉਹ ਧਨ ਅਤੇ ਉਹ ਪਦਾਰਥ ਬਣਦੇ ਹਨ ਜਿਹੜੇ ਸੇਵਾ ਵਿੱਚ ਲੱਗ ਜਾਣ। ਗਨ ਪਾਤਕ ਕੋ ਘਾਤਕ ਹੋਏ। ਬਹੁਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਪੁੰਨ ਵਿਸਾਲ ਵਧਾਵੈ ਸੋਈ। ਫਿਰ ਜਿਹੜੇ ਪੁੰਨ ਹਨ ਜੀਵ ਦੇ ਉਹ ਵਧਣ ਲੱਗ ਪੈਂਦੇ ਹਨ। ਇਸ ਬਿਦ ਜੇ ਨਿਤ ਨਹਿ ਬਨ ਆਵੈ। ਜੇ ਇਸ ਤਰ੍ਹਾਂ ਨਿਤਾ ਪ੍ਰਤੀ ਹਰ ਰੋਜ਼ ਲੰਗਰ ਨਹੀਂ ਛਕਾ ਸਕਦਾ, ਤਾਉ ਦਿਨ ਪੁਰਬ ਮਾਸ ਮਹਿ ਪਾਵੈ। ਫਿਰ ਮਹੀਨੇ ਦੇ ਵਿੱਚ ਜਿਹੜੇ ਪੁਰਬ ਵਾਲੇ ਦਿਨ ਆਉਂਦੇ ਹਨ ਉਦੋਂ ਲੰਗਰ ਦੀ ਸੇਵਾ ਕਰੇ। ਪੂਰਨਮਾਸ ਦਰਸ ਸੰਕਰਾਂਤ। ਹਰ ਮਹੀਨੇ ਜਿਹੜੇ ਆਉਣ ਵਾਲੇ ਪੁਰਬ ਹਨ, ਉਹ ਪੁੰਨਿਆ, ਮੱਸਿਆ ਜਾਂ ਸੰਗਰਾਂਦ ਦਾ ਜੋ ਦਿਨ ਹੁੰਦਾ ਹੈ, ਇਤਿਆਦਿਕ ਜੀ ਨਾਨਾ ਭਾਂਤ। ਇਹ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਪਕਵਾਨ ਨੇ ਉਹ ਤਿਆਰ ਕਰਾਵੇ। ਗੁਰ ਸਿੱਖਣ ਕੋ ਕਰਹਿ ਆਹਾਰੇ। ਫਿਰ ਗੁਰ ਸਿੱਖਾਂ ਦੇ ਤਾਈਂ, ਨਾਮ ਜਪਣ ਵਾਲਿਆਂ ਦੇ ਤਾਈਂ ਉਹ ਲੰਗਰ ਛਕਾਵੇ। ਪਠੇ ਚੁਰੋ ਜਬ ਪਾਨ ਪਖਾਰੇ। ਜਦੋਂ ਗੁਰੂ ਕੇ ਸਿੱਖ ਲੰਗਰ ਛਕ ਕੇ ਚੂਲਾ ਲੈਣ, ਚੂਲਾ ਕਰਨ, ਤੇ ਫਿਰ ਉਹ ਜਦੋਂ ਅਰਦਾਸ ਕਰਨ, ਜਦੋਂ ਸ਼ਲੋਕ ਪੜਨ, ਬਾਣੀ ਪੜਨ, ਤਬ ਸਤਿਗੁਰ ਕੋ ਧਾਰਹਿ ਧਿਆਨ। ਉਸ ਸਮੇਂ ਕੀ ਕਰੇ? ਗੁਰੂ ਸਾਹਿਬ ਦਾ ਧਿਆਨ ਧਾਰ ਲਏ। ਬਿਨੈ ਬਖਾਨੈ ਬਨ ਬਿਨ ਮਾਨ। ਜਦੋਂ ਸਿੱਖ ਬੇਨਤੀ ਕਰਨ ਤੇ ਫਿਰ ਬਿਨਾਂ ਮਾਨ ਤੋਂ, ਹੰਕਾਰ ਤੋਂ ਰਹਿਤ ਹੋ ਕੇ ਉਹਨਾਂ ਨੂੰ ਬੇਨਤੀ ਕਰੇ ਕਿ ਮੇਰੀ ਅਰਦਾਸ ਹੈ, ਇਹ ਵੀ ਕਰ ਦਿਓ। ਤੇ ਸਭ ਤੋਂ ਵੱਡੀ ਅਰਦਾਸ ਹੈ ਕਿ ਮੇਰੀ ਸਿੱਖੀ ਖੇਸਾਂ ਸੁਆਸਾਂ ਸੰਗ ਨਿਭ ਜਾਵੇ। ਫਿਰ ਵੱਡੀ ਅਰਦਾਸ ਹੈ ਕਿ ਕਿਰਪਾ ਕਰੋ, ਮੈਨੂੰ ਗੁਰੂ ਕਿਰਪਾ ਕਰਕੇ ਨਾਮਦਾਨ ਦੇਵੇ। ਇਹ ਉੱਤਮ ਅਰਦਾਸ ਹੈ। ਤੇ ਫਿਰ ਜਿਹੜੀ ਵੀ ਕਿਸੇ ਪਦਾਰਥ ਦੀ ਲੋੜ ਹੋਵੇ, ਵਸਤੂ ਦੀ ਲੋੜ ਹੋਵੇ, ਫਿਰ ਉਹਨਾਂ ਗੁਰਸਿੱਖਾਂ ਪਾਸੋਂ ਅਰਦਾਸ ਕਰਾਵੇ। ਕਰ ਜੋਰੈ ਉਰ ਮਹਿ ਇਮ ਕਹੈ। ਕਰ ਜੋੜੇ, ਹੱਥ ਜੋੜੇ, ਤੇ ਹਿਰਦੇ ਦਾ ਜਿਹੜਾ ਧਿਆਨ ਹੈ ਉਹ ਧਾਰ ਕੇ ਰੱਖੇ। ਇਹ ਪ੍ਰਸਾਦ ਪ੍ਰਭ ਤੇਰੂ ਹੈ। ਆਪਣੇ ਹਿਰਦੇ ਵਿੱਚ ਇਹ ਸੋਚੇ ਕਿ ਜਿਹੜਾ ਪ੍ਰਸ਼ਾਦ ਮੈਂ ਸੰਗਤਾਂ ਨੂੰ, ਸਿੱਖਾਂ ਨੂੰ ਛਕਾਇਆ ਹੈ ਨਾ, ਇਹ ਪ੍ਰਭ ਤੇਰੂ ਹੈ। ਕਿਸੇ ਗੱਲ ਦਾ ਮਾਣ ਨਾ ਕਰੇ ਕਿ ਮੈਂ ਇੰਨਾ ਲੰਗਰ ਕੀਤਾ ਹੈ। ਪਰ ਅੱਜ ਕੱਲ੍ਹ ਦੇਖਦੇ ਹਾਂ ਕਿ ਜਿੰਨਾ ਚਿਰ ਸਾਰੀ ਦੁਨੀਆ ਨੂੰ ਬੰਦਾ ਦੱਸ ਨਹੀਂ ਲੈਂਦਾ ਮੈਂ ਲੰਗਰ ਲਾਇਆ ਜਾਂ ਸਿੱਖਾਂ ਨੂੰ ਛਕਾਇਆ, ਉਹਨਾਂ ਚਿਰ ਉਹਨੂੰ ਚੈਨ ਨਹੀਂ। ਮਨ ਵਿੱਚ ਇਹ ਖਿਆਲ ਕਰੇ ਕਿ ਅਰਦਾਸ ਵੀ ਇਹੋ ਹੀ ਕੀਤੀ ਜਾਂਦੀ ਹੈ, ਛਕ ਕੇ ਕਿ ਦਾਣਾ ਪਾਣੀ ਆਪ ਜੀ ਦਾ, ਟਹਿਲ ਭਾਵਨਾ ਗੁਰਸਿੱਖਾਂ ਦੀ ਲੇਖੇ ਵਿੱਚ ਲਾਉਣੀ। ਤੇ ਉਸ ਵੇਲੇ ਬਿਨਾਂ ਮਾਨ ਤੋਂ ਹੋ ਜਾਵੇ, ਹੰਕਾਰ ਨਾ ਕਰੇ ਕਿ ਮੈਂ ਇੰਨੀ ਵੱਡੀ ਸੇਵਾ ਕਰ ਰਿਹਾ, ਇੰਨਿਆਂ ਨੂੰ ਲੰਗਰ ਛਕਾ ਰਿਹਾ। ਬਿਨਾਂ ਮਾਨ ਤੋਂ ਹੋ ਕੇ ਆਪਣੇ ਹਿਰਦੇ ਵਿੱਚ ਇਹੋ ਹੀ ਖਿਆਲ ਕਰੇ ਕਿ ਜਿਹੜਾ ਸਾਰਾ ਪਕਵਾਨ ਹੈ ਮੇਰੇ ਗੁਰੂ ਦਾ ਦਿੱਤਾ ਹੈ,
ਇਹਨੂੰ ਸਫਲਾ ਕਰਨ ਵਾਸਤੇ ਸੰਗਤ ਨੇ ਛਕਿਆ ਹੈ। ਸਭ ਸਿੱਖਨ ਕੋ ਬੰਦਨ ਕਰੈ। ਫਿਰ ਸਾਰੇ ਸਿੱਖਾਂ ਨੂੰ ਪੰਗਤ ਵਿੱਚ ਬੈਠੀ ਸੰਗਤ ਨੂੰ ਨਮਸਕਾਰ ਕਰੇ। ਅਚਿਉ ਗੁਰਨ ਇਮ ਸ਼ਰਧਾ ਧਰੈ। ਇਹ ਮਨ ਵਿੱਚ ਸੋਚੇ ਕਿ ਇਹ ਲੰਗਰ ਮੇਰੇ ਗੁਰੂ ਨੇ ਛਕਿਆ ਹੈ। ਜਿਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲੰਗਰ ਛਕ ਕੇ ਭਾਈ ਜਿਹੜਾ ਲੰਗਰੀ ਸੀ ਉਹਨੇ ਬੇਨਤੀ ਕੀਤੀ ਸੀ ਭਾਈ ਬੱਲੂ ਨੇ ਕਿ ਮਹਾਰਾਜ ਇਹਨੇ ਕੀਮਤੀ ਪਦਾਰਥ ਲੰਗਰ ਵਿੱਚ ਬਣਦੇ ਨੇ ਤੇ ਤੁਸੀਂ ਤਾਂ ਕੇਵਲ ਦਲੀਆ ਹੀ ਛਕਦੇ ਹੋ। ਤੇ ਸਤਿਗੁਰਾਂ ਨੇ ਕਿਹਾ ਸੀ ਜਦੋਂ ਚੂਲਾ ਕੀਤਾ ਤੇ ਸਾਰੇ ਜਿਹੜੇ ਕਣ ਸੀ ਉਹ ਮਹਾਰਾਜ ਨੇ ਆਪਣੇ ਚੂਲੇ ਵਿੱਚੋਂ ਦਿਖਾ ਦਿੱਤੇ ਸੀ ਤੇ ਇਹ ਦੱਸਿਆ ਸੀ ਕਿ ਜੋ ਕੁਝ ਸੰਗਤ ਛਕਦੀ ਹੈ ਗੁਰਸਿੱਖ ਛਕਦੇ ਨੇ ਉਹ ਸਾਨੂੰ ਪਹੁੰਚਦਾ ਹੈ। ਇਸ ਲਈ ਜਦੋਂ ਵੀ ਸੰਗਤ ਨੂੰ ਸਿੱਖਾਂ ਨੂੰ ਲੰਗਰ ਛਕਾਵੇ ਨਾ ਤੇ ਆਪਣੇ ਮਨ ਵਿੱਚ ਇਹ ਖਿਆਲ ਕਰੇ ਕਿ ਲੰਗਰ ਮੇਰੇ ਗੁਰੂ ਨੇ ਛਕਿਆ ਹੈ। ਇਹ ਭਾਵਨਾ ਬਣਾਵੇ। ਪਰਬ ਸਰਬ ਜੇ ਮਾਸ ਅਮਝਾਰ। ਤੇ ਫਿਰ ਮਹਾਰਾਜ ਕਹਿੰਦੇ ਹਨ ਪੁਰਬ ਸਰਬ ਜੇ ਮਾਸ ਮਝਾਰ। ਜੇ ਮਹੀਨੇ ਦੇ ਵਿੱਚ ਜਿਹੜੇ ਪੁਰਬ ਦੱਸੇ ਨੇ ਜਿਸ ਤਰ੍ਹਾਂ ਪੁੰਨਿਆ ਮੱਸਿਆ ਸੰਗਰਾਂਦ ਦਾ ਦਿਨ ਹੈ ਨਹਿ ਬਨ ਆਵੈ ਦੀਨ ਆਹਾਰ। ਜੇ ਇੰਨਾ ਕੁ ਧਨ ਕੋਲ ਨਾ ਹੋਵੇ ਕਿ ਹਰ ਮਹੀਨੇ ਪਹਿਲਾਂ ਤੇ ਮਹਾਰਾਜ ਨੇ ਕਿਹਾ ਕਿ ਰੋਜ਼ ਹੀ ਚਾਹੀਦਾ ਹੈ ਸੇਵਾ ਦੇ ਵਿੱਚ ਹਿੱਸਾ ਪਾਵੇ ਫਿਰ ਹੀ ਇਹ ਸਰੀਰ ਇਹ ਤਨ ਸਫਲਾ ਹੈ। ਜੇ ਹਰ ਰੋਜ਼ ਨਾ ਹੋ ਸਕੇ ਤੇ ਫਿਰ ਮਹੀਨੇ ਵਿੱਚ ਜਿਹੜੇ ਪੁਰਬ ਆਉਂਦੇ ਨੇ ਉਹਨਾਂ ਪੁਰਬਾਂ ਦੇ ਵਿੱਚ ਸੇਵਾ ਕਰੇ। ਤੇ ਜੇ ਕਿਤੇ ਇਹਨਾਂ ਪੁਰਬਾਂ ਦੇ ਵਿੱਚ ਜਾਂ ਹਰ ਮਹੀਨੇ ਸੇਵਾ ਨਹੀਂ ਕਰ ਸਕਦਾ ਦਰਸ ਕਿਦੋਂ ਸੰਕਰਾਂਤ ਸੋ ਦਿਨ ਮੈਂ। ਫਿਰ ਕਿਤੇ ਕੋਈ ਸੰਗਰਾਂਦ ਵਾਲਾ ਦਿਨ ਦੇਖ ਲਵੇ। ਤ੍ਰਿਪਤਾਵੈ ਗੁਰਸਿੱਖ ਸਦਨ ਮੈਂ। ਉਹਨਾਂ ਦਿਨਾਂ ਦੇ ਵਿੱਚ ਸਿੱਖਾਂ ਨੂੰ ਘਰ ਬੁਲਾ ਕੇ ਉਹਨਾਂ ਦੀ ਸੇਵਾ ਕਰੇ। ਬਹੁਰ ਵਸਤਰ ਆਛੇ ਬਣਵਾਵੈ। ਕੀਮਤੀ ਵਸਤਰ ਉਹਨਾਂ ਗੁਰਸਿੱਖਾਂ ਦੇ ਚੰਗੇ ਬਣਾਵੇ। ਸੰਤਕ ਸਿੱਖ ਕਸ਼ਟ ਕੋ ਪਾਵੈ। ਚੰਗੇ ਕਮਾਈ ਵਾਲੇ ਜੀਵਨ ਵਾਲੇ ਕੋ ਬੰਦਗੀ ਕਰ ਰਿਹਾ ਹੈ ਕੋ ਗੁਰੂ ਕਾ ਸਿੱਖ ਹੈ ਪਰ ਗਰੀਬ ਹੈ ਤੇ ਉਹਦੇ ਵੱਲ ਦੇਖ ਕੇ ਸੀਤ ਕਾਲ ਮਹਿ ਕਰ ਪਹਿਰਾਏ। ਜੇ ਠੰਡ ਦਾ ਸਮਾਂ ਹੈ ਤੇ ਠੰਡ ਨੂੰ ਦੂਰ ਕਰਨ ਵਾਸਤੇ ਉਹਨਾਂ ਨੂੰ ਚੰਗੇ ਜਿਹੜੇ ਵਸਤਰ ਹਨ ਉਹ ਭੇਟ ਕਰੇ। ਲੇਫ ਨਿਹਾਲੀ ਤੂਲ ਚ ਡਲਾਏ। ਦੇਖ ਲਵੇ ਜੇ ਕੋ ਗੁਰਸਿੱਖ ਗਰੀਬ ਹੈ ਠੰਡ ਦੇ ਦਿਨ ਨੇ ਤੇ ਆਪਾਂ ਕਿੰਨੇ ਸੋਹਣੀਆਂ ਰਜਾਈਆਂ ਤਲਾਈਆਂ ਕੰਬਲ ਆਪਣੇ ਲਈ ਵਰਤਦੇ ਹਾਂ। ਇਸੇ ਤਰ੍ਹਾਂ ਉਹਨਾਂ ਗੁਰਸਿੱਖਾਂ ਵਾਸਤੇ ਸੋਹਣੀਆਂ ਲੇਫ ਤੇ ਨਿਹਾਲੀ ਸੋਹਣੀਆਂ ਰਜਾਈਆਂ ਤੇ ਤਲਾਈਆਂ ਜੇ ਆਪ ਵਰਤਦਾ ਹੈ ਤੇ ਗੁਰਸਿੱਖਾਂ ਵੱਲ ਵੀ ਧਿਆਨ ਦੇਵੇ। ਉਹਨਾਂ ਵਿੱਚ ਰੂਹ ਚੰਗਾ ਪਵਾ ਕੇ ਤੇ ਸੋਹਣੀਆਂ ਰਜਾਈਆਂ ਤੇ ਤਲਾਈਆਂ ਤਿਆਰ ਕਰਵਾਵੇ। ਕਹਿ ਕੰਬਰ ਦੇ ਹੀਰ ਨਗਨ ਕੋ। ਫਿਰ ਉਹਨਾਂ ਨੂੰ ਬੇਨਤੀ ਕਰੇ ਤੇ ਕੋਈ ਕੀਮਤੀ ਕੰਬਲ ਜਾਂ ਪੁਰਾਣੇ ਸਮੇਂ 'ਚ ਆਪਾਂ ਦੇਖਦੇ ਹਾਂ ਮਾਈਆਂ ਹੱਥਾਂ ਦੇ ਨਾਲ ਦਰੀਆਂ ਬੁਣਦੀਆਂ ਤੇ ਫਿਰ ਕੋਈ ਕਮਾਈ ਵਾਲੇ ਗੁਰਸਿੱਖ ਜਾਂ ਗੁਰੂ ਕੇ ਜਿਹੜੇ ਵਜ਼ੀਰ ਹਨ ਉਹਨਾਂ ਨੂੰ ਭੇਟ ਕਰਦੀਆਂ। ਇਹ ਮਹਾਰਾਜ ਜੀ ਨੇ ਦੱਸਿਆ ਕਿ ਅਸੀਂ ਗ੍ਰਸਤੀਆਂ ਤੇ ਆਪਣੇ ਘਰ ਦੇ ਵਿੱਚ ਜਿਹੜੇ ਪਦਾਰਥ ਨੇ ਉਹਨਾਂ ਨੂੰ ਕਿਸ ਤਰ੍ਹਾਂ ਸਫਲਿਆਂ ਕਰਨਾ ਹੈ। ਸਤਿਗੁਰੂ ਕਹਿੰਦੇ ਹਨ ਕੀਮਤੀ ਰਜਾਈਆਂ ਤਲਾਈਆਂ ਤੇ ਕੀਮਤੀ ਜਿਹੜੇ ਕੰਬਲ ਹਨ ਉਹ ਚੰਗੇ ਤਿਆਰ ਕਰਕੇ ਸ਼ਾਦਨ ਕਰਹਿ ਗਰੀਬਨ ਤਨ ਕੋ। ਜਿਹੜੇ ਗਰੀਬ ਹਨ ਜਾਂ ਗੁਰੂ ਕੇ ਸਿੱਖ ਦੇਖ ਲੈਣੇ ਕਿ ਲੋੜਵੰਦ ਹਨ ਉਹਨਾਂ ਦੇ ਤਨ ਢੱਕਣ ਵਾਸਤੇ ਉਹਨਾਂ ਦੀ ਸੀਤ ਸਰਦੀ ਦੂਰ ਕਰਨ ਵਾਸਤੇ ਉਹਨਾਂ ਨੂੰ ਚੰਗੇ ਬਸਤਰ ਭੇਟ ਕਰੇ। ਕਰਨ ਦਾਨ ਇਸ ਵਿਦ ਕੇ ਦੋਏ। ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਦੋ ਪ੍ਰਕਾਰ ਦੇ ਦਾਨ ਹਨ ਤੇ ਕਰਨ ਦੀ ਇੱਛਾ ਰੱਖੇ। ਸਰਬ ਕਰੈ ਇਹ ਆਤ ਹਿਤ ਹੋਏ। ਹਾਂ ਹਿਤ ਹੋਏ ਹਿਤ ਤੋਂ ਭਾਵ ਹੁੰਦਾ ਪ੍ਰੇਮ ਦੇ ਨਾਲ ਇਹ ਦਾਨ ਕਰੇ। ਤੇ ਦੋ ਪ੍ਰਕਾਰ ਦੇ ਦਾਨ ਹੁੰਦੇ ਨੇ ਇੱਕ ਪਦਾਰਥਾਂ ਦਾ ਦਾਨ ਹੁੰਦਾ ਹੈ ਤੇ ਇੱਕ ਜਿਹੜਾ ਹੈ ਉਹ ਪਕਵਾਨ ਦਾ ਦਾਨ ਲੰਗਰ ਦਾ ਦਾਨ ਤੇ ਵਸਤਰਾਂ ਦਾ ਦਾਨ। ਇਹ ਦੋਨੋਂ ਪ੍ਰਕਾਰ ਦੇ ਜਿਹੜੇ ਦਾਨ ਹਨ ਗੁਰੂ ਕਾ ਸਿੱਖ ਆਪਣੇ ਧਨ ਨੂੰ ਘਰ ਨੂੰ ਸਫਲਾ ਕਰਨ ਵਾਸਤੇ ਲੋੜਵੰਦ ਦੇ ਤਾਈਂ ਜ਼ਰੂਰ ਕਰੇ ਪਰ ਕਰੇ ਕਿਸ ਤਰ੍ਹਾਂ ਹਿਤ ਨਾਮ ਹੈ ਪ੍ਰੇਮ ਦਾ। ਪ੍ਰੇਮ ਦੇ ਨਾਲ ਇਹ ਦੋ ਪ੍ਰਕਾਰ ਦੇ ਦਾਨ ਕਰੇ। ਜਥਾ ਸ਼ਕਤ ਇਹ ਸਭ ਕੋ ਦਿਓਗ। ਜਥਾ ਸ਼ਕਤ ਹੁੰਦਾ ਹੈ ਲੋੜ ਜੇ ਆਪਣੀ ਜਿੰਨੀ ਕੁ ਕਪੈਸਿਟੀ ਹੈ ਜਿੰਨੀ ਕੁ ਸਮਰੱਥਾ ਹੈ ਜਿੰਨਾ ਕੁ ਦਾਨ ਕਰ ਸਕਦਾ ਹੈ ਉਹਨਾਂ ਦਾਨ ਕਰੇ। ਗ੍ਰਸਤ ਧਰਮ ਧਾਰਿਓ ਜਿਸ ਲੋਕ। ਕੌਣ ਦਾਨ ਕਰੇ? ਗ੍ਰਸਤ ਧਰਮ ਧਾਰਿਓ ਜਿਨ ਲੋਕ ਜਿਨ੍ਹਾਂ ਨੇ ਆਪਣਾ ਗ੍ਰਸਤ ਧਰਮ ਧਾਰਨ ਕੀਤਾ ਹੈ ਨਾ। ਇਹ ਗੁਰਦੇਵ ਨੇ ਉਪਦੇਸ਼ ਦਿੱਤਾ ਹੈ ਜਿਹੜੇ ਗ੍ਰਸਤੀ ਤੇ ਗ੍ਰਸਤ ਨੂੰ ਸਫਲਾ ਕਰਨ ਵਾਸਤੇ ਗ੍ਰਸਤੀ ਕਿਸ ਤਰ੍ਹਾਂ ਭਗਤੀ ਕਰ ਸਕਦੇ। ਮਹਾਰਾਜ ਨੇ ਨਹੀਂ ਕਿਹਾ ਕਿ ਘਰ ਪਰਿਵਾਰ ਛੱਡੇ ਜੀਆਂ ਤੋਂ ਦੂਰ ਰਹੇ ਆਪਣੇ ਕਾਰੋਬਾਰ ਛੱਡ ਦੇ ਨਹੀਂ। ਕਾਰੋਬਾਰ ਕਰੇ ਕਿਰਤ ਕਰੇ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹੂ ਪਛਾਣੇ ਸੀ। ਇਹ ਰਾਹ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਨੂੰ ਦਿੱਤਾ ਹੈ। ਜੇ ਇਸ ਮਾਰਗ ਦੇ ਉੱਤੇ ਚੱਲਾਂਗੇ ਤਾਂ ਜ਼ਰੂਰ ਇਹ ਮਨੁੱਖਾਂ ਦੇ ਹੀ ਸਫਲੀ ਹੋਵੇਗੀ। ਮਹਾਰਾਜ ਕਹਿੰਦੇ ਇਹ ਦੋ ਪ੍ਰਕਾਰ ਦੇ ਦਾਨ ਨੇ ਲੋੜ ਅਨੁਸਾਰ ਲੰਗਰ ਛਕਾਉਣਾ
ਜੇ ਹੋ ਸਕੇ ਤੇ ਰੋਜ਼ ਲੰਗਰ ਵਿੱਚ ਹਿੱਸਾ ਪਾਵੇ, ਜੇ ਨਹੀਂ ਤਾਂ ਮਹੀਨੇ ਵਿੱਚ ਪੁਰਬ ਕੋਈ ਦੇਖ ਲਵੇ ਤੇ ਫਿਰ ਗੁਰਸਿੱਖਾਂ ਨੂੰ ਘਰੇ ਲਿਆ ਕੇ ਲੰਗਰ ਪ੍ਰਸ਼ਾਦ ਛਕਾਵੇ, ਵਸਤਰ ਦਾਨ ਦੇਵੇ। ਇਹ 2 ਪ੍ਰਕਾਰ ਦੇ ਦਾਨ ਕਰੇ ਜਿਹੜੇ ਗ੍ਰਸਤ ਧਾਰਨ ਜਿਨ੍ਹਾਂ ਨੇ ਕੀਤਾ ਹੈ। ਬਚਨ ਕਹਿਓ ਸ੍ਰੀ ਨਾਨਕ ਧੀਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਰਾਮਕਲੀ ਰਾਗ ਦੇ ਅੰਦਰ ਇਹ ਬਚਨ ਕਹੇ ਹਨ। ਓਨ ਦਾਨ ਕਾ ਕਰੈ ਸਰੀਰ। ਇਹ ਬਚਨ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਰਾਮਕਲੀ ਰਾਗ ਦੇ ਵਿੱਚ ਸਰਵਣ ਕਰਦੇ ਹਾਂ। ਜਦੋਂ ਮਹਾਰਾਜ ਜੀ ਦੀ ਸਿੱਧਾਂ ਦੇ ਨਾਲ ਚਰਚਾ ਹੋਈ ਸੀ ਤੇ ਸਿੱਧ ਕਹਿੰਦੇ ਸਨ ਕਿ ਜੇ ਦੇਖੋ ਜੀ ਜਿਹੜੇ ਗ੍ਰਸਤੀ ਹਨ ਉਹ ਤੇ ਇੰਜ ਹਨ ਜਿਸ ਤਰ੍ਹਾਂ ਦੁੱਧ ਵਿੱਚ ਕਾਂਜੀ ਪੈ ਗਈ ਤੇ ਦੁੱਧ ਹੀ ਸਾਰਾ ਖਰਾਬ ਹੋ ਗਿਆ, ਕਿਉਂਕਿ ਜਿਹੜਾ ਜੋਗ ਮਤ ਸੀ ਉਹਨੂੰ ਇਹ ਜੋਗੀ ਮੰਨਦੇ ਸਨ ਦੁੱਧ ਤੇ ਗ੍ਰਸਤ ਜੀਵਨ ਨੂੰ ਮੰਨਦੇ ਸਨ ਕਾਂਜੀ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ, ਮਹਾਰਾਜ ਜੀ ਨੇ ਕਿਹਾ ਸੀ ਸੋ ਨਿਗ੍ਰਹੋ ਜੋ ਸੋ ਗਿਰਹੀ ਜੋ ਨਿਗ੍ਰਹ ਕਰੇ। ਗ੍ਰਸਤੀ ਉਹ ਹੈ ਜਿਹੜਾ ਵਿਸ਼ਿਆਂ ਵਿਕਾਰਾਂ ਦਾ ਤਿਆਗ ਕਰ ਦਵੇ। ਇਸੇ ਤਰ੍ਹਾਂ ਜਪ ਤਪ ਦੀ ਭੀਖਿਆ ਧਾਰਨ ਕਰੇ। ਫਿਰ ਅੱਗੇ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ ਕਿ ਪੁੰਨ ਦਾਨ ਕਾ ਕਰੇ ਸਰੀਰ, ਖੇਤ ਪਛਾਣ ਸੋ ਗਿਰਹੀ ਗੰਗਾ ਕਾ ਨੀਰ। ਆਪਣੇ ਸਰੀਰ ਦੇ ਨਾਲ ਦਾਨ ਪੁੰਨ ਕਰੇ ਤੇ ਉਹ ਗ੍ਰਸਤੀ ਇਸ ਤਰ੍ਹਾਂ ਪਵਿੱਤਰ ਹੈ ਜਿਸ ਤਰ੍ਹਾਂ ਗੰਗਾ ਦਾ ਨੀਰ, ਗੰਗਾ ਦਾ ਪਾਣੀ ਤੁਸੀਂ ਪਵਿੱਤਰ ਮੰਨਦੇ ਹੋ। ਜਿਸ ਤਰ੍ਹਾਂ ਸਨਾਤਨ ਮਤ ਵਾਲੇ ਜੋਗੀ ਲੋਕ ਜਾਂ ਸਿੱਧ ਲੋਕ ਮੰਨਦੇ ਨੇ ਕਿ ਗੰਗਾ ਵਿੱਚ ਨਹਾਉਣ ਨਾਲ ਸਾਰੇ ਪਾਪ ਉਤਰ ਜਾਂਦੇ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਹੈ ਜਿਹੜਾ ਗ੍ਰਸਤੀ ਵਿਕਾਰਾਂ ਦਾ ਤਿਆਗ ਕਰੇ ਤੇ ਫਿਰ ਜਪ ਤਪ ਕਮਾਵੇ ਤੇ ਇਸੇ ਤਰ੍ਹਾਂ ਦਾਨੀ ਹੋਵੇ ਤੇ ਉਹ ਗ੍ਰਸਤੀ ਜਿਹੜਾ ਹੈ ਉਹ ਗੰਗਾ ਦੇ ਪਾਣੀ ਵਾਂਗੂ ਪਵਿੱਤਰ ਹੈ, ਉਹਦਾ ਗ੍ਰਸਤ ਜੀਵਨ ਸਫਲਾ ਹੈ। ਧਰਮ ਗ੍ਰਸਤ ਕੋ ਦਾਨ ਗਹੀਰ। ਹਾਂ, ਤੇ ਧਰਮ ਗ੍ਰਸਤ ਕੋ ਦਾਨ ਗਹੀਰ। ਗ੍ਰਸਤੀ ਦਾ ਸਭ ਤੋਂ ਵੱਡਾ ਧਰਮ ਹੈ ਕਿ ਉਹ ਦਾਨੀ ਹੋਵੇ, ਤਾਂ ਗ੍ਰਸਤ ਜਿਹੜਾ ਹੈ ਉਹ ਸਭ ਤੋਂ ਉੱਤਮ ਹੈ। ਜਿਸ ਤਰ੍ਹਾਂ ਸਨਾਤਨ ਮਤ ਨੇ 4 ਵਰਨਾਂ ਦੇ ਵਿੱਚ ਮਨੁੱਖ ਨੂੰ ਵੰਡਿਆ, ਖੱਤਰੀ, ਬ੍ਰਾਹਮਣ, ਸੂਦ, ਵੈਸ। ਇਸੇ ਤਰ੍ਹਾਂ ਉਹਨਾਂ ਸਨਾਤਨ ਮਤ ਵਾਲਿਆਂ ਨੇ 4 ਆਸ਼ਰਮ ਮੰਨੇ। ਪਹਿਲਾ ਆਸ਼ਰਮ ਸੀ ਬ੍ਰਹਮਚਾਰੀ, ਫਿਰ ਗ੍ਰਸਤੀ, ਫਿਰ ਵਾਨਪ੍ਰਸਤੀ ਤੇ ਫਿਰ ਸੰਨਿਆਸੀ। ਪਰ ਗੁਰੂ ਸਾਹਿਬ ਜੀ ਦਾ ਉਪਦੇਸ਼ ਆਪਾਂ ਪੜ੍ਹਦੇ ਹਾਂ, ਮਹਾਰਾਜ ਨੇ ਗ੍ਰਸਤੀ ਨੂੰ ਸਭ ਤੋਂ ਉੱਤਮ ਦੱਸਿਆ ਹੈ, ਕਿਉਂਕਿ ਗ੍ਰਸਤੀ ਸਾਰਿਆਂ ਦੀ ਸੇਵਾ ਕਰ ਸਕਦੇ ਨੇ, ਲੋੜਵੰਦ ਨੂੰ ਪਕਵਾਨ ਲੰਗਰ ਛਕਾ ਸਕਦੇ ਨੇ, ਆਪਣੀ 10 ਨੋਹਾਂ ਦੀ ਕਿਰਤ ਕਮਾਈ ਵਿੱਚੋਂ ਕਿਸੇ ਨੂੰ ਬਸਤਰ ਦੇ ਕੇ ਕਿਸੇ ਦੀ ਸਰਦੀ ਨੂੰ ਦੂਰ ਕਰ ਸਕਦੇ ਨੇ। ਇਸ ਕਰਕੇ ਮਹਾਰਾਜ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ ਕਿ ਗ੍ਰਸਤੀ ਸਭ ਤੋਂ ਵੱਡਾ ਹੈ, ਪਰ ਵੱਡਾ ਤਾਂ ਹੈ ਜੇ ਇਹ ਵੱਡਾ ਦਾਨ ਕਰੇ, ਜੇ ਦਾਨੀ ਹੋਵੇ। ਜਿਉ ਕਿਉ ਕਰ ਦਿਨ ਰੈਣ ਮਝਾਰਾ। ਜਿੱਦਾਂ ਕਿੱਦਾਂ ਕਰੇ ਦਿਨ ਰਾਤ ਦੇ ਵਿੱਚ। ਵਸਤਰ ਨਗਨ ਕੋ ਸ਼ੁੱਧਤ ਆਹਾਰਾ। ਜੇ ਕੋਈ ਨੰਗਾ ਦੇਖੇ ਉਹਨੂੰ ਵਸਤਰ ਦਾਨ ਕਰੇ, ਜੇ ਕੋਈ ਭੁੱਖਾ ਦੇਖੇ ਤੇ ਉਹਨੂੰ ਭੋਜਨ ਛਕਾਵੇ। ਪੁਰਾਣੇ ਸਮਿਆਂ ਦੇ ਵਿੱਚ ਆਪਾਂ ਦੇਖਦੇ ਹੀ ਹਨ ਕਿ ਜਦੋਂ ਘਰ ਦੇ ਵਿੱਚ ਮਾਈਆਂ ਲੰਗਰ ਤਿਆਰ ਕਰਦੀਆਂ ਤੇ ਜਿਹੜੇ ਪ੍ਰਸ਼ਾਦੇ ਪਹਿਲੇ ਤਿਆਰ ਕੀਤੇ ਨੇ ਉਹ ਵੱਖਰੇ ਰੱਖ ਲੈਣੇ, ਗੁਰੂ ਘਰ ਵਿੱਚ ਭੇਜਣੇ, ਜਾਂ ਜੇ ਕੋਈ ਗਜਾ ਵਾਲੇ ਸਿੰਘ ਆ ਜਾਣੇ ਤੇ ਉਹਨਾਂ ਨੂੰ ਉਹ ਪ੍ਰਸ਼ਾਦੇ ਦੇਣੇ ਤੇ ਫਿਰ ਕਹਿਣਾ ਜੀ ਸਾਡਾ ਲੰਗਰ ਜਿਹੜਾ ਉਹ ਸਫਲਾ ਹੋਇਆ। ਇਸ ਲਈ ਗ੍ਰਸਤੀ ਸਭ ਤੋਂ ਉੱਤਮ ਨੇ। ਮਹਾਰਾਜ ਕਹਿੰਦੇ ਲੋੜਵੰਦ ਨੂੰ ਦੇਖੇ, ਜੇ ਕੋਈ ਗਰੀਬ ਉਹਨੂੰ ਬਸਤਰ ਦੀ ਲੋੜ ਹੈ ਤੇ ਬਸਤਰ ਦਵੇ, ਤੇ ਜੇ ਕਿਸੇ ਨੂੰ ਭੋਜਨ ਦੀ ਲੋੜ ਹੈ ਤੇ ਭੋਜਨ ਦੇ ਕੇ ਦਾਨ ਕਰੇ। 2 ਪ੍ਰਕਾਰ ਦੇ ਦਾਨ ਹਨ। ਉਹਨੇ ਅਪਰ ਬਹੁ ਵਿਦ ਕੀ ਆਹ। ਇਹ ਕਈ ਤਰ੍ਹਾਂ ਦੇ ਹੋਰ ਵੀ ਪੁੰਨ ਮੰਨੇ ਹਨ, ਤਉ ਨ ਸ਼ਮਤਾ ਇਸ ਕੀ ਲਾਹ। ਪਰ ਕਿੰਨੇ ਵੀ ਪੁੰਨ ਹਨ ਇਹਨਾਂ ਦੇ ਬਰਾਬਰ ਹੋਏ ਕੋਈ ਪੁੰਨ ਨਹੀਂ। ਸਭ ਤੋਂ ਵੱਡਾ ਪੁੰਨ ਹੈ ਕਿ ਭੁੱਖੇ ਨੂੰ ਪ੍ਰਸ਼ਾਦਾ ਛਕਾ ਦੇਣਾ, ਉਹਦੀ ਭੁੱਖ ਦੂਰ ਕਰ ਦੇਣੀ ਹੈ, ਸਭ ਤੋਂ ਵੱਡਾ ਪੁੰਨ ਹੈ ਜੀ। ਤੇ ਫਿਰ ਦੂਸਰਾ ਪੁੰਨ ਕੀਮਤੀ ਜੋ ਵੱਡਾ ਪੁੰਨ ਹੈ, ਕੋਈ ਠੰਡ ਦੇ ਨਾਲ ਠਰ ਰਿਹਾ ਤੇ ਉਹਨੂੰ ਬਸਤਰ ਦੇ ਕੇ ਉਹਦੀ ਠੰਡ ਸੀਤ ਦੂਰ ਕਰ ਦੇਣੀ, ਇਹ ਵੀ ਸਭ ਤੋਂ ਵੱਡਾ ਪੁੰਨ ਹੈ। ਬਸਤਰ ਦਾਨ ਤੇ ਅੰਨ ਦਾਨ। ਇਹ ਹੋਰ ਵੀ ਕਈ ਤਰ੍ਹਾਂ ਦੇ ਪੁੰਨ ਨੇ, ਪਰ ਸਾਰਿਆਂ ਵਿੱਚੋਂ ਇਹ ਵੱਡੇ ਪੁੰਨ ਹਨ। ਦਾਨ ਸ਼ਾਂਤ ਕੀ ਇਹ ਸੁਖਦਾਈ। ਇਹ ਸ਼ਾਂਤ ਕੀ ਦਾਨ ਮੰਨਿਆ ਹੈ ਤੇ ਸੁਖਦਾਈ ਹੈ। ਭਗਤ ਉਪਾਵੈ ਕਸ਼ਟ ਮਿਟਾਈ। ਫਿਰ ਭਗਤ ਉਪਾਵੈ ਕਸ਼ਟ ਮਿਟਾਈ। ਦਾਨ ਕਰਨ ਨਾਲ ਕੀ ਹੁੰਦਾ ਹੈ, ਜੀਵ ਨੂੰ ਪਰਮਾਤਮਾ ਦੇ ਸਿਮਰਨ ਕਰਨ ਦੀ ਤਾਂਘ ਬਣਦੀ ਹੈ ਤੇ ਸਾਰੇ ਜਿਹੜੇ ਕਸ਼ਟ ਨੇ, ਦੁੱਖ ਦਲਿੱਦਰ, ਉਹ ਦੂਰ ਹੋ ਜਾਂਦੇ। ਜਦੋਂ ਧਨ ਵਿੱਚੋਂ ਦਸਵੰਧ ਕੱਢਦਾ ਹੈ, ਕੀ ਪਤਾ ਬੰਦੇ ਦੇ ਉੱਤੇ ਕਿਹੜੀ ਵਿਪਤਾ ਆਉਣੀ ਸੀ, ਪਰ ਜਦੋਂ ਉਹ ਦਾਨ ਵਿੱਚ ਧਨ ਲਾਇਆ, ਉਹ ਪਦਾਰਥ ਲਾਏ ਤੇ ਉਹ ਜਿਹੜਾ ਕਸ਼ਟ ਹੈ, ਉਹ ਵਿਪਤਾ ਹੈ, ਉਹ ਵੀ ਕੱਟੀ ਜਾਂਦੀ। ਇਸ ਲਈ ਮਹਾਰਾਜ ਕਹਿੰਦੇ ਹਨ ਇਹਦੇ ਨਾਲ ਇਹ ਪ੍ਰਾਪਤੀ ਹੁੰਦੀ। ਦੂਸਰੀ, ਜਦੋਂ ਸੇਵਾ ਕਰੇ
ਤੇ ਫਿਰ ਮਨ ਦੀ ਪਵਿੱਤਰਤਾ, ਮਨ ਦੀ ਸ਼ਾਂਤੀ ਬਣਦੀ ਹੈ। ਤੇ ਜਦੋਂ ਮਨ ਸ਼ਾਂਤ ਹੋ ਜਾਂਦਾ ਹੈ ਤੇ ਫਿਰ ਭਗਤੀ ਕਰਨ ਦਾ ਵੀ ਚਿੱਤ ਕਰਦਾ ਹੈ। ਇਹ ਸ਼ਾਂਤ ਕੀ ਦਾਨ ਮੰਨੇ ਹਨ। ਇਹ ਦਾਨ ਕਰਨ ਦੇ ਨਾਲ ਭਗਤੀ ਪ੍ਰਾਪਤ ਹੁੰਦੀ ਹੈ ਤੇ ਸਾਰੇ ਕਸ਼ਟ ਮਿਟਦੇ ਹਨ। ਇਮ ਸਤਿਗੁਰ ਉਚਰਿਓ ਉਪਦੇਸ਼। ਇਹ ਉਪਦੇਸ਼ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਪੈੜਾ ਜੀ ਤੇ ਭਾਈ ਦੁਰਗਾ ਜੀ, ਇਹ ਦੋਨਾਂ ਨੇ ਆ ਕੇ ਉਪਦੇਸ਼ ਦੀ ਜਾਚਨਾ ਕੀਤੀ ਸੀ। ਇਹਨਾਂ ਦੇ ਤਾਈਂ ਉਪਦੇਸ਼ ਦਿੱਤਾ ਹੈ। ਪੈੜੇ ਦੁਰਗੇ ਸੁਨਿਓ ਅਸ਼ੇਸ਼। ਵਿਸ਼ੇਸ਼ ਕਰਕੇ ਉਪਦੇਸ਼ ਤਾਂ ਸਾਰਿਆਂ ਨੂੰ ਦਿੱਤਾ ਹੈ, ਪਰ ਵਿਸ਼ੇਸ਼ ਕਰਕੇ ਭਾਈ ਪੈੜਾ ਤੇ ਭਾਈ ਦੁਰਗਾ ਨੇ ਸੁਣਿਆ ਹੈ। ਬੰਧਨ ਕੀਨ ਸਦਨ ਕੋ ਗਏ। ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ। ਉਪਦੇਸ਼ ਲੈ ਕੇ ਆਪਣੇ ਘਰ ਨੂੰ ਚਲੇ ਗਏ ਹਨ। ਗੁਰ ਕੋ ਕਹਿਓ ਕਮਾਵਤ ਭਏ। ਜੋ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਸੀ, ਇਹ ਬਚਨ ਕਮਾਏ ਹਨ। ਬਹੁ ਸਿਖਿਆਵੈ ਦੇਹ ਆਹਾਰਾ। ਬਹੁਤੇ ਸਿੱਖ ਇਹਨਾਂ ਦੇ ਘਰ ਆਉਂਦੇ ਹਨ, ਉਹਨਾਂ ਸਿੱਖਾਂ ਨੂੰ ਇਹ ਪ੍ਰਸ਼ਾਦਾ ਛਕਾਉਂਦੇ ਨੇ। ਸਾਦਰ ਕਹੈ ਭਾਉ ਬੜ ਧਾਰਾ। ਫਿਰ ਬਹੁਤਾ ਪਿਆਰ ਧਾਰਨ ਕਰਕੇ ਬੜੇ ਸਤਿਕਾਰ ਦੇ ਨਾਲ ਉਹਨਾਂ ਨੂੰ ਬਿਠਾਉਂਦੇ ਹਨ। ਕੇਤਿਕ ਦਿਓਸ ਬਿਤੇ ਇਮ ਕਰਤੇ। ਇਸ ਤਰ੍ਹਾਂ ਸੇਵਾ ਕਰਦਿਆਂ ਕਰਦਿਆਂ ਭਾਈ ਪੈੜੇ ਅਤੇ ਦੁਰਗੇ ਨੂੰ ਕੁਝ ਦਿਨ ਬਤੀਤ ਹੋਏ। ਪੁਰਬ ਦਿਵਸ ਗੁਰ ਜਾਏ ਨਿਹਰਤੇ। ਜਦੋਂ ਕੋਈ ਪੁਰਬ ਵਾਲਾ ਦਿਨ ਆਉਂਦਾ ਸੀ, ਇੱਥੇ ਆਉਂਦੇ ਅੰਮ੍ਰਿਤਸਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕਰਦੇ। ਖਰਚ ਬੜੋ ਘਰ ਆਮਦ ਥੋਰੀ। ਪਰ ਆਮਦਨ ਇਹਨਾਂ ਦੀ ਥੋੜੀ ਸੀ ਤੇ ਖਰਚਾ ਬਹੁਤਾ ਹੋਣ ਲੱਗਾ। ਜਾਤੇ ਕੜਿਓ ਕਰਜ ਧਨ ਆਉਰੀ। ਹੁਣ ਇਹਨਾਂ ਨੇ ਕਰਜ਼ਾ ਚੁੱਕ ਲਿਆ। ਆਪਣੇ ਕੰਮਾਂ ਲਈ ਤਾਂ ਸਾਰੇ ਕਰਜ਼ਾ ਲੈਂਦੇ ਨੇ, ਆਪਾਂ ਲੈਂਦੇ ਹੀ ਆ, ਪਰ ਦਾਨ ਵਾਸਤੇ, ਪੁੰਨ ਕਰਨ ਵਾਸਤੇ, ਗੁਰੂ ਦੇ ਬਚਨ ਕਮਾਉਣ ਵਾਸਤੇ ਕੋਈ ਵਿਰਲੇ ਨੇ। ਜਿਸ ਤਰ੍ਹਾਂ ਮਹਾਰਾਜ ਜੀ ਦੇ ਬਚਨ ਮੰਨ ਕੇ ਸਤਿਗੁਰਾਂ ਦੀ ਸੇਵਾ ਵਿੱਚ ਭਾਈ ਮੰਝ ਜੀ ਹਾਜ਼ਰ ਹੋਏ ਸਨ, ਇਸ ਤਰ੍ਹਾਂ ਭਾਈ ਦੁਰਗਾ ਤੇ ਭਾਈ ਪੈੜੇ ਨੇ, ਇਹਨਾਂ ਨੇ ਲੰਗਰ ਛਕਾਉਣ ਵਾਸਤੇ ਸੰਗਤ ਨੂੰ ਕੁਝ ਧਨ ਕਰਜ਼ਾ ਜਿਹੜਾ ਸੀ ਉਹ ਚੁੱਕ ਲਿਆ। ਇੱਕ ਦਿਨ ਬਹੁਤ ਸੰਗਤ ਚੱਲ ਆਈ। ਇੱਕ ਦਿਨ ਬਹੁਤੀਆਂ ਸੰਗਤਾਂ ਚੱਲ ਕੇ ਇਹਨਾਂ ਦੇ ਕੋਲ ਆਈਆਂ। ਨਹਿ ਕੁਛ ਘਰ ਮੈਂ ਦੇ ਜੋ ਖੁਆਈ। ਪਰ ਘਰ ਵਿੱਚ ਕੁਝ ਹੈ ਨਹੀਂ ਸੀ ਜਿਹੜਾ ਸੰਗਤ ਨੂੰ ਛਕਾਉਂਦੇ। ਦਿਓ ਨਾ ਕਰਜ ਬਨਕ ਨੇ ਜਬੈ। ਬਾਣੀਏ ਕੋਲ ਹੋਰ ਕਰਜ਼ਾ ਲੈਣ ਗਏ ਤੇ ਬਾਣੀਏ ਨੇ ਇਹਨਾਂ ਨੂੰ ਕਰਜ਼ਾ ਨਾ ਦਿੱਤਾ। ਕੁਸ਼ਕ ਵਿਭੂਖਨ ਤ੍ਰਿਏ ਕੇ ਤਬੈ। ਕੁਝ ਗਹਿਣੇ ਘਰ ਦੇ ਵਿੱਚ ਇਸਤਰੀ ਦੇ ਪਏ ਸਨ। ਵੇਚ ਤਾਹੇ ਕੋ ਅਸਨ ਬਨਾਵਾ। ਇਹਨਾਂ ਨੇ ਉਹ ਗਹਿਣੇ ਵੇਚ ਦਿੱਤੇ ਤੇ ਉਹ ਜਿਹੜਾ ਧਨ ਮਿਲਿਆ, ਪੈਸੇ ਮਿਲੇ, ਉਹਦਾ ਲੰਗਰ ਛਕਾ ਦਿੱਤਾ। ਸਭ ਸੰਗਤ ਕੋ ਘਰ ਅਚਵਾਵਾ। ਸਾਰੀ ਸੰਗਤ ਨੂੰ ਘਰੇ ਲਿਆ ਕੇ ਉਹਦਾ ਲੰਗਰ ਛਕਾਇਆ। ਅਗਲੇ ਦਿਵਸ ਹੇਤ ਨਹਿ ਰਹਿਓ। ਉਹ ਸਿੱਖ ਜਿਹੜੇ ਚੱਲ ਕੇ ਆਉਣੇ ਸੀ ਅਗਲੇ ਦਿਨ, ਉਹਨਾਂ ਵਾਸਤੇ ਲੰਗਰ ਛਕਾਉਣ ਵਾਸਤੇ ਘਰ ਵਿੱਚ ਧਨ ਨਾ ਰਿਹਾ। ਨਹਿ ਉਰ ਡੋਲੇ ਧੀਰਜ ਲਹਿਓ। ਪਰ ਹਿਰਦੇ ਵਿੱਚ ਧੀਰਜ ਰੱਖਿਆ, ਡੋਲੇ ਨਾ, ਹੌਸਲਾ ਰੱਖਿਆ। ਵਹਿਰ ਭੂਮਿਕਾ ਜਬ ਹੀ ਗਇਓ। ਜਦੋਂ ਆਪਣੇ ਖੇਤਾਂ ਦੇ ਵਿੱਚ ਬਾਹਰ ਗਏ ਹਨ, ਕਰ ਸੋ ਥਾਨ ਖਣਿਓ ਲਖ ਲਿਓ। ਹੱਥਾਂ ਦੇ ਨਾਲ ਜਦੋਂ ਖੇਤਾਂ ਦੇ ਵਿੱਚ ਜਾ ਕੇ ਮਿੱਟੀ ਪੁੱਟੀ ਹੈ ਤੇ ਉੱਥੇ ਕੀ ਦੇਖਿਆ, ਬਹੁਤਾ ਧਨ ਇਹਨਾਂ ਨੂੰ ਪ੍ਰਾਪਤ ਹੋਇਆ। ਇੱਕ ਬਾਸਨ ਦੀ ਨਾਰਨ ਭਰਿਓ। ਇੱਕ ਸੋਨੇ ਦੀਆਂ ਮੋਹਰਾਂ ਦਾ ਜਿਹੜਾ ਭਾਂਡਾ ਸੀ ਭਰਿਆ ਇਹਨਾਂ ਨੂੰ ਮਿਲਿਆ। ਤਹ ਨਿਕਾਸ ਕਰ ਲਿਆਵਣ ਕਰਿਓ। ਉਹ ਬਰਤਨ ਆਪਣੇ ਖੇਤਾਂ ਵਿੱਚੋਂ ਪ੍ਰਾਪਤ ਕੀਤਾ ਤੇ ਘਰੇ ਲੈ ਆਏ। ਕਰਜ ਉਤਾਰ ਵਿਭੂਖਨ ਸਾਰੇ। ਸਾਰਾ ਕਰਜ਼ਾ ਜਿਹੜਾ ਸੀ ਉਤਾਰ ਦਿੱਤਾ ਤੇ ਜਿਹੜੇ ਗਹਿਣੇ ਰੱਖੇ ਸਨ, ਧਨ ਲਿਆ ਕੇ ਘਰ ਵਰਤਿਆ ਸੀ, ਉਹ ਗਹਿਣੇ ਵੀ ਵਾਪਸ ਮਿਲ ਗਏ। ਘਰ ਵਾਏ ਸ਼ੁਭ ਕਰਤ ਤੇ ਆਹਾਰੇ। ਚੰਗੇ ਗਹਿਣੇ ਵੀ ਕਢਾ ਲਏ ਤੇ ਚੰਗਾ ਜਿਹੜਾ ਲੰਗਰ ਸੀ ਉਹ ਵੀ ਤਿਆਰ ਹੋਣ ਲੱਗਾ। ਦਇਓ ਦਰਬ ਪੂਰਬ ਪ੍ਰਭ ਨੇ ਇਮ ਜਾਨਾ। ਇਹ ਮਨ ਵਿੱਚ ਜਾਣਿਆ ਕਿ ਸਤਿਗੁਰਾਂ ਨੇ ਸਾਨੂੰ ਧਨ ਬਖਸ਼ਿਆ ਹੈ। ਵਸਤਰ ਆਹਾਰ ਦੀਨ ਗਨ ਦਾਨਾ। ਚੰਗੇ ਬਸਤਰ ਅਤੇ ਭੋਜਨ ਜਿਹੜਾ ਸੀ ਲੋੜਵੰਦਾਂ ਨੂੰ ਦਾਨ ਕੀਤਾ। ਗੁਰਬਾਣੀ ਪੜ ਭਗਤ ਕਰਨ ਤੇ। ਭਗਤੀ ਕਰਦੇ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਸਨ। ਸ੍ਰੀ ਅਰਜਨ ਕੋ ਆਏ ਦਿਖੰਤੇ। ਤੇ ਫਿਰ ਇਹ ਚੱਲ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਦਰਸ਼ਨ ਕਰਨ ਆਏ ਹਨ। ਸੁਣੋ ਸਤਿਗੁਰ ਨੇ ਧਨ ਬਿਰਤਾਂਤ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਧਨ ਦਾ ਬਿਰਤਾਂਤ ਸਾਰਾ ਦੱਸਿਆ। ਬਚਨ ਕਰਿਓ ਜੋ ਬੰਡਤ ਖਾਤ। ਹਾਂ, ਜੋ ਗੁਰੂ ਅਰਜਨ ਦੇਵ ਸਾਹਿਬ ਨੇ ਫਿਰ ਬਚਨ ਕਿਹਾ ਜਦੋਂ ਆ ਕੇ ਮਹਾਰਾਜ ਨੂੰ ਆਪਣੀ ਸਾਰੀ ਹਾਲਤ ਦੱਸੀ ਹੈ ਕਿ ਸਤਿਗੁਰੂ ਤੁਹਾਡਾ ਬਚਨ ਅਸੀਂ ਕਮਾਇਆ। ਜਦੋਂ ਵੀ ਸੰਗਤਾਂ ਚੱਲ ਕੇ ਸਿੱਖ ਆਉਂਦੇ, ਅਸੀਂ ਲੰਗਰ ਛਕਾਉਂਦੇ ਸੀ, ਪਰ ਇੰਨੀ ਆਮਦਨ ਨਹੀਂ ਸੀ, ਪਰ ਫਿਰ ਵੀ ਅਸੀਂ ਭਰੋਸਾ ਰੱਖਿਆ। ਘਰ ਵਿੱਚੋਂ ਧਨ ਖਤਮ ਹੋਇਆ ਤੇ ਫਿਰ ਅਸੀਂ ਕਰਜ਼ਾ ਚੁੱਕਿਆ। ਅਗਲੀ ਵਾਰੀ ਜਦੋਂ ਬਾਣੀਏ ਨੇ ਕਰਜ਼ਈ ਪੈਸਾ ਨਾ ਦਿੱਤਾ ਤੇ ਫਿਰ ਘਰ ਦੇ ਵਿੱਚ ਜਿਹੜੇ ਗਹਿਣੇ ਸੀ ਉਹ ਵੇਚ ਦਿੱਤੇ। ਉਦੋਂ ਵੀ ਜਦੋਂ ਧਨ ਮੁੱਕਿਆ ਤੇ ਫਿਰ ਹੌਸਲਾ ਰੱਖਿਆ, ਅਰਦਾਸਾਂ ਤੁਹਾਡੇ ਚਰਨਾਂ 'ਚ ਕੀਤੀਆਂ ਤੇ ਕੁਝ ਧਨ ਜਿਹੜਾ ਸੀ ਉਹ ਸਾਨੂੰ ਖੁਰਜੀ ਇੱਕ
ਮੋਹਰਾਂ ਦੀ ਖੇਤਾਂ ਵਿੱਚੋਂ ਲੱਭ ਗਈ ਤੇ ਉਹ ਵੀ ਅਸੀਂ ਲੰਗਰ ਵਿੱਚ ਧਨ ਲਾਇਆ ਹੈ। ਇਹ ਬਿਰਤਾਂਤ ਸਾਰਾ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਆ ਕੇ ਇਹਨਾਂ ਨੇ ਸੁਣਾਇਆ ਤੇ ਸਤਿਗੁਰੂ ਜੀ ਕਹਿਣ ਲੱਗੇ, ਜੋ ਵੰਡਤ ਖਾਤ, ਜਿਹੜਾ ਸਿੱਖ ਵੰਡ ਕੇ ਖਾਂਦਾ ਹੈ, ਵਾਹਿਗੁਰੂ ਤਿਸ ਥੋੜਨ ਨਾ ਦੇਤ। ਅਕਾਲ ਪੁਰਖ ਵਾਹਿਗੁਰੂ ਧਨ ਵਿੱਚ ਕਦੇ ਘਾਟਾ ਨਹੀਂ ਪੈਣ ਦਿੰਦੇ, ਕਦੇ ਪਦਾਰਥ ਜਿਹੜੇ ਹਨ ਉਹ ਥੁੜਦੇ ਨਹੀਂ। ਪਦਾਰਥਾਂ ਦੀ ਤੋਟ ਆਉਂਦੀ ਉਦੋਂ ਹੈ ਜਦੋਂ ਬੰਦਾ ਸੋਚਦਾ ਹੈ ਕਿ ਸਾਰਾ ਮੈਂ ਇਕੱਲਾ ਖਾਵਾਂ, ਪਰ ਗੁਰੂ ਸਾਹਿਬ ਦਾ ਉਪਦੇਸ਼ ਹੀ ਸਾਨੂੰ ਇਹ ਹੈ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਰਲ ਮਿਲ ਕੇ ਖਾਣਾ, ਜੇ ਗੁਰਦੇਵ ਕਹਿੰਦੇ ਇਸ ਤਰ੍ਹਾਂ ਦੀ ਕਮਾਈ ਕਰਕੇ ਦਸਾਂ ਨੋਹਾਂ ਦੀ ਰਲ ਮਿਲ ਕੇ ਖਾਓਗੇ ਤੇ ਕਦੇ ਵਾਸਤੇ ਪਦਾਰਥਾਂ ਦਾ ਤੋਟਾ ਨਹੀਂ ਆਵੇਗਾ। ਪਰ ਬੰਦਾ ਸੋਚਦਾ ਹੈ ਕਿ ਦੂਜੇ ਦਾ ਵੀ ਖੋਹ ਲਵਾਂ ਤੇ ਖੋਹ ਕੇ ਲਿਆ ਕੇ ਮੈਂ ਆਪਣਾ ਘਰ ਭਰਾਂ, ਤੇ ਫਿਰ ਜ਼ਰੂਰ ਘਰ ਭਾਵੇਂ ਭਰਿਆ ਹੋਵੇ ਪਰ ਥੋੜ ਆਉਂਦੀ ਰਹਿੰਦੀ ਹੈ। ਕਿਉਂਕਿ ਗੁਰੂ ਸਾਹਿਬ ਦੇ ਬਚਨ ਬਾਣੀ 'ਚ ਪੜ੍ਹਦੇ ਹਾਂ, ਕਿਨਹੀ ਨਾ ਕੀਏ ਕਾਜ ਮਾਇਆ ਪੂਰੇ। ਜੇ ਸੋਚਦਾ ਹੈ ਕਿ ਮਾਇਆ ਨਾਲ ਸਾਰੇ ਕੰਮ ਸਵਰ ਜਾਣ, ਮੈਨੂੰ ਕਦੇ ਥੋੜ ਨਾ ਆਵੇ, ਪਰ ਕਦੇ ਵੀ ਮਾਇਆ ਦੇ ਨਾਲ ਪੂਰੇ ਕੰਮ ਸਵਰਦੇ ਨਹੀਂ। ਕੰਮ ਤਾਂ ਉਦੋਂ ਸਵਰਦੇ ਨੇ ਜਦੋਂ ਗੁਰੂ ਕਿਰਪਾ ਕਰੇ। ਕਿਰਪਾ ਉਦੋਂ ਹੁੰਦੀ ਹੈ ਜਦੋਂ ਗੁਰੂ ਦੇ ਬਚਨਾਂ 'ਤੇ ਪਹਿਰਾ ਦੇਵੇ। ਮਹਾਰਾਜ ਕਹਿੰਦੇ, ਜਿਹੜਾ ਵੰਡ ਕੇ ਖਾਂਦਾ ਹੈ ਉਹਨੂੰ ਕਦੇ ਪਦਾਰਥਾਂ ਦੀ ਤੋਟ ਨਹੀਂ ਆਉਂਦੀ। ਸਰਬ ਪਦਾਰਥ ਹੋਤ ਨਕੇਤ, ਸਾਰੇ ਪਦਾਰਥ ਉਹਨੂੰ ਘਰ ਵਿੱਚ ਪ੍ਰਾਪਤ ਹੋ ਜਾਂਦੇ ਹਨ। ਸਤਨਾਮ ਸਿਮਰਤ ਗਤ ਪਾਈ, ਸਤਨਾਮ ਦਾ ਸਿਮਰਨ ਕਰਕੇ ਇਹਨਾਂ ਨੇ ਕਲਿਆਣ ਪ੍ਰਾਪਤ ਕੀਤੀ ਹੈ। ਅੰਤ ਸਮੈ ਗੁਰ ਭਏ ਸਹਾਈ, ਅੰਤਲੇ ਸਮੇਂ ਸਤਿਗੁਰੂ ਇਹਨਾਂ ਦੇ ਸਹਾਈ ਹੋਏ ਹਨ। ਦੋਹਰਾ ਝਿੰਗਰਨ ਹੋਤੇ ਸੁਜਾਤ ਕੇ, ਬਾਲਾ ਕ੍ਰਿਸ਼ਨਾ ਨਾਮ। ਇਹ ਅਗਲੀ ਕਥਾ ਆਰੰਭ ਕਰਦੇ ਨੇ ਕਵੀ ਜੀ। ਇਹ ਦੋ ਝਿੰਗਰਣ ਜਾਤੀ ਦੇ ਦੋ ਬ੍ਰਾਹਮਣ ਸਨ। ਇੱਕ ਦਾ ਨਾਮ ਸੀ ਬਾਲਾ ਤੇ ਦੂਜੇ ਦਾ ਨਾਮ ਸੀ ਕ੍ਰਿਸ਼ਨਾ। ਇਹ ਦੋਨੋਂ ਜਣੇ ਜਿਹੜੇ ਸਨ, ਇਹਨਾਂ ਦੀ ਝਿੰਗਰਣ ਜਾਤੀ ਹੈ ਤੇ ਬ੍ਰਾਹਮਣ ਘਰਾਣੇ ਵਿੱਚੋਂ ਸਨ। ਸੰਸਕ੍ਰਿਤ ਵਿਦਿਆ ਵਿਖੈ ਪੰਡਿਤ ਬੜੇ ਅਬਰਾਮ, ਇਹ ਬੜੇ ਗਿਆਨਵਾਨ ਪੰਡਿਤ ਸਨ ਤੇ ਸੰਸਕ੍ਰਿਤ ਦੇ ਵਿੱਚ ਬੜੇ ਨਿਪੁੰਨ ਸਨ। ਇਹ ਵਿਦਿਆ ਇਹਨਾਂ ਨੇ ਸੰਸਕ੍ਰਿਤ ਪੜ੍ਹੀ ਹੋਈ ਸੀ। ਚੌਪਈ ਸੋ ਜਬ ਕਥਾ ਕਰਤ ਨਰ ਮਾਹੀ, ਜਦੋਂ ਇਹ ਮਨੁੱਖਾਂ ਦੇ ਵਿੱਚ ਕਥਾ ਕਰਦੇ ਸਨ, ਸੁਨੈ ਬ੍ਰਿੰਦ ਉਰ ਹਰਿ ਕਿਉ ਪਾਹੀ। ਤੇ ਲੋਕ ਇਹਨਾਂ ਪਾਸੋਂ ਕਥਾ ਸੁਣਦੇ ਸਨ, ਸੁਣ ਕੇ ਬੜੇ ਪ੍ਰਸੰਨ ਹੁੰਦੇ ਸੀ। ਆਛੀ ਰੀਤ ਸੁਨਾਵਨ ਕਰਹੀ, ਬੜੀ ਪਿਆਰ ਦੇ ਨਾਲ, ਸੋਹਣੀ ਰਸਨਾ ਦੇ ਨਾਲ ਗਿਆਨਵਾਨ ਸਨ ਤੇ ਲੋਕਾਂ ਨੂੰ ਕਥਾ ਸੁਣਾਉਂਦੇ ਸੀ। ਰਿਜੈ ਸਗਰੇ ਸੁਜਾਸ ਉਚਰਹੀ, ਲੋਕ ਇਹਨਾਂ ਪਾਸੋਂ ਕਥਾ ਸੁਣ ਕੇ ਲੋਕਾਂ ਦੇ ਮਨ ਬੜੇ ਪ੍ਰਸੰਨ ਹੁੰਦੇ ਤੇ ਇਹਨਾਂ ਦਾ ਜਸ ਹੁੰਦਾ ਸੀ। ਤਿਨੋਂ ਪਿਖੇ ਸਿੱਖ ਜਾਤ ਕਨੇਰੀ, ਇਹਨਾਂ ਨੇ ਦੇਖਿਆ ਕਿ ਬਹੁਤੇ ਸਿੱਖ ਇਕੱਠੇ ਹੋ ਕੇ ਜਾਂਦੇ ਹਨ। ਬਾਸ਼ਤ ਪਾਏ ਗੁਰੂ ਮੁਖ ਹੀਰੇ, ਗੁਰੂ ਅਰਜਨ ਦੇਵ ਸਾਹਿਬ ਦੇ ਜਾ ਕੇ ਸਿੱਖ ਦਰਸ਼ਨ ਕਰਦੇ ਨੇ ਤੇ ਮੂੰਹ ਮੰਗੀਆਂ ਮੁਰਾਦਾਂ ਇਹਨਾਂ ਦੀਆਂ ਪੂਰੀਆਂ ਹੁੰਦੀਆਂ, ਮਨ ਇੱਛਤ ਫਲ ਪਾਉਂਦੇ ਹਨ। ਸੁਣੇ ਉਪਦੇਸ਼ ਤਿਆਗ ਲਬ ਰੋਸ, ਗੁਰੂ ਸਾਹਿਬ ਦਾ ਉਪਦੇਸ਼ ਸੁਣ ਕੇ ਵਿਕਾਰਾਂ ਦਾ ਨਾਸ਼ ਹੁੰਦਾ ਹੈ। ਧਰਹਿ ਹਿਰਦੈ ਮਹਿ ਸਤ ਸੰਤੋਸ਼, ਅਤੇ ਉਹ ਗੁਰਸਿੱਖ ਹਿਰਦੇ ਵਿੱਚ ਸਤ ਸੰਤੋਖ ਧਾਰਨ ਕਰਦੇ ਹਨ। ਇਤਿਆਦਿਕ ਗੁਣ ਹਿਰਦੈ ਵਿਚਾਰੇ, ਇਹ ਜਿਹੜੇ ਗੁਣ ਸਨ ਇਹਨਾਂ ਨੇ ਆਪਣੇ ਹਿਰਦੇ 'ਚ ਵਿਚਾਰੇ ਹਨ। ਗੁਰ ਦਰਸ਼ਨ ਕੇ ਹੇਤ ਸੁਧਾਰੇ, ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਦੋਨੋਂ ਚੱਲ ਕੇ ਆਏ ਨੇ, ਕਿਉਂਕਿ ਪਹਿਲਾਂ ਇਹਨਾਂ ਨੇ ਗੁਰਸਿੱਖਾਂ ਪਾਸੋਂ ਸੁਣਿਆ ਹੈ। ਕਥਾ ਤੇ ਪਹਿਲਾਂ ਹੀ ਕਰਦੇ ਸੀ ਕਿਉਂਕਿ ਇਹਨਾਂ ਨੇ ਸੰਸਕ੍ਰਿਤ ਪੜ੍ਹੀ ਹੋਈ ਸੀ ਤੇ ਇਹ ਦੋਵੇਂ ਪੰਡਿਤ ਸਨ ਤੇ ਇੰਨੀ ਸੋਹਣੀ ਕਥਾ ਕਰਦੇ ਸੀ ਕਿ ਲੋਕ ਸੁਣ ਕੇ ਰਸ ਬੜਾ ਬਣਦਾ ਸੀ ਤੇ ਇਹਨਾਂ ਦੀ ਸ਼ਲਾਘਾ ਕਰਦੇ ਸਨ। ਇਹਨਾਂ ਨੇ ਸਿੱਖਾਂ ਤੋਂ ਸੁਣਿਆ, ਕਿੱਧਰ ਜਾਂਦੇ ਹੋ? ਤੇ ਸਿੱਖ ਕਹਿੰਦੇ ਗੁਰੂ ਦੇ ਪਾਸ। ਤੇ ਗੁਰੂ ਸਾਹਿਬ ਦੇ ਕੋਲ ਜਾ ਕੇ ਵਿਕਾਰਾਂ ਦੀ ਨਿਵਰਤੀ ਹੁੰਦੀ ਹੈ, ਮਨ ਵਿੱਚ ਸ਼ਾਂਤੀ ਪ੍ਰਾਪਤ ਹੁੰਦੀ ਹੈ। ਇਹ ਵੀ ਦੋਨੋਂ ਜਣੇ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਏ ਹਨ। ਸ੍ਰੀ ਅਰਜਨ ਕੇ ਢਿੱਗ ਚਲੇ ਆਏ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਚੱਲ ਕੇ ਆਏ ਹਨ। ਨਮੋ ਠਾਣ ਬੈਠੇ ਸਮੁਹਾਏ, ਇਹਨਾਂ ਨੇ ਆ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਬੋਲੇ ਬਾਹੁਰ ਆਪ ਸਤਿਗੁਰੂ, ਕਹਿਣ ਲੱਗੇ, ਸਤਿਗੁਰੂ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ। ਉਪਦੇਸ਼ੋ ਗੁਣ ਸਿੱਖਨ ਉਰਹੋ, ਮਹਾਰਾਜ ਆਪ ਜੀ ਆਪਣੇ ਗੁਰਸਿੱਖਾਂ ਨੂੰ ਉਪਦੇਸ਼ ਦੇ ਕੇ ਉਹਨਾਂ ਨੂੰ ਨਿਹਾਲ ਕਰਦੇ ਹੋ। ਕਸ਼ਟ ਸ਼ਾਸਤਰਨ ਮਤ ਕੋ ਜਾਣੈ, ਸਤਿਗੁਰੂ ਜੀ ਅਸੀਂ 6 ਸ਼ਾਸਤਰਾਂ ਦੇ ਮਤ ਨੂੰ ਜਾਣਦੇ ਹਾਂ। ਅਸੀਂ ਸੰਸਕ੍ਰਿਤ ਪੜ੍ਹੀ ਹੋਈ ਹੈ ਤੇ ਸ਼ਾਸਤਰਾਂ ਨੂੰ ਚੰਗੀ ਤਰ੍ਹਾਂ ਅਸੀਂ ਪੜਤਾਲ ਕੀਤੀ ਹੈ, ਚੰਗੀ ਤਰ੍ਹਾਂ ਇਹਨਾਂ ਨੂੰ ਪੜ੍ਹਿਆ ਹੋਇਆ ਹੈ। ਕਥਾ ਪੁਰਾਣ ਮਹਾਨ ਬਖਾਨੈ, ਇਸੇ ਤਰ੍ਹਾਂ ਜਿਹੜੇ ਹੋਰ ਧਾਰਮਿਕ ਗ੍ਰੰਥ ਹਨ, ਪੁਰਾਣ, ਉਹਨਾਂ ਨੂੰ ਵੀ ਅਸੀਂ ਪੜ੍ਹਿਆ ਹੋਇਆ ਹੈ। ਸ਼ਰੋਤਾ ਕੋ ਹਮ ਦੇਤ ਰਿਝਾਏ, ਅਸੀਂ ਇੰਨੀ ਸੋਹਣੀ ਕਥਾ ਕਰਦੇ ਹਾਂ
ਕਿ ਜਿਹੜੇ ਸੁਣਨ ਵਾਲੇ ਸਰੋਤੇ ਹਨ ਉਹ ਪ੍ਰਸੰਨ ਹੋ ਜਾਂਦੇ ਨੇ। ਸਰਬ ਪ੍ਰਸੰਨ ਹੈ ਸੁਜਸ ਅਲਾਏ। ਸਾਰੇ ਫਿਰ ਸਾਡੇ ਕੋਲੋਂ ਕਥਾ ਸੁਣ ਕੇ ਸਾਡਾ ਜਸ ਕਰਦੇ ਹਨ। ਤਉ ਹਮਾਰੇ ਮਨ ਮਹਿ ਸ਼ਾਂਤ। ਪਰ ਮਹਾਰਾਜ ਇੰਨਾ ਕੁਝ ਸੁਣਾ ਕੇ, ਇੰਨਾ ਕੁਝ ਪੜ੍ਹ ਕੇ ਸਾਡੇ ਹਾਲੇ ਤੱਕ ਮਨ 'ਚ ਸ਼ਾਂਤੀ ਨਹੀਂ ਆਈ। ਕਿਉਂਕਿ ਸਭ ਤੋਂ ਵੱਡੀ ਗੱਲ ਤੇ ਅੰਦਰ ਦੀ ਸ਼ਾਂਤੀ ਦੀ ਹੈ ਨਾ। ਇੰਨਾ ਕੁਝ ਪੜ੍ਹ ਲਿਆ, ਇੰਨਾ ਕੁਝ ਸੁਣ ਲਿਆ, ਪਰ ਹਲੇ ਤੱਕ ਮਨ ਸ਼ਾਂਤ ਨਹੀਂ ਹੈ। ਕਿਉਂਕਿ ਗੱਲਾਂ ਪੜ੍ਹਨ ਸੁਣਨ ਨਾਲ ਗੱਲ ਬਣਦੀ, ਤੇ ਫਿਰ ਜਿਹੜੇ ਗਿਆਨਵਾਨ ਹਨ ਉਹ ਤਾਂ ਗੁਨਾਹ ਕਰਦੇ ਹੀ ਨਾ, ਉਹਨਾਂ ਨੂੰ ਤਾਂ ਸ਼ਾਂਤੀ ਆ ਜਾਣੀ ਚਾਹੀਦੀ ਸੀ। ਪਰ ਇੰਨਾ ਕੁਝ ਪੜ੍ਹ ਲਿਆ, ਕਹਿੰਦੇ ਅਸੀਂ 6 ਸ਼ਾਸਤਰਾਂ ਦੇ ਮਤ ਨੂੰ ਜਾਣਦੇ ਹਾਂ, 18 ਪੁਰਾਣਾਂ ਦੀ ਕਥਾ ਕਰਦੇ ਹਾਂ। ਲੋਕ ਸਾਡੇ ਕੋਲੋਂ ਸੁਣ ਕੇ ਬੜੇ ਖੁਸ਼ ਹੁੰਦੇ ਨੇ, ਫਿਰ ਸਾਡੀ ਸ਼ਲਾਘਾ ਕਰਦੇ ਨੇ। ਪਰ ਮਹਾਰਾਜ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ, ਹਲੇ ਤੱਕ ਸਾਡੇ ਅੰਦਰ ਸ਼ਾਂਤੀ ਨਹੀਂ ਆਈ। ਨਹਿ ਉਪਜਤ ਹੋਏ ਮਾਤੇ ਅਵਦਾਤ। ਮਹਾਰਾਜ ਸ਼੍ਰੇਸ਼ਟ ਮਤ ਜਿਹੜੀ ਹੈ ਨਾ ਉਹ ਸਾਡੇ ਅੰਦਰ ਹਲੇ ਪ੍ਰਗਟ ਨਹੀਂ ਹੋਈ। ਕਿਉਂਕਿ ਪਤਾ ਤੇ ਲੱਗ ਹੀ ਜਾਂਦਾ ਹੈ ਨਾ, ਜਦੋਂ ਮਨ ਮਾੜੇ ਖਿਆਲਾਂ ਵੱਲ ਦੌੜਦਾ ਹੈ ਤੇ ਫਿਰ ਬੰਦੇ ਨੂੰ ਗਿਆਨ ਹੋ ਜਾਂਦਾ ਹੈ ਕਿ ਇੰਨਾ ਕੁਝ ਮੈਂ ਪੜ੍ਹ ਲਿਆ, ਸੁਣ ਲਿਆ, ਮੈਂ ਇੰਨਾ ਗਿਆਨਵਾਨ ਹਾਂ, ਪਰ ਹਲੇ ਤੱਕ ਵੀ ਜਿਹੜੀ ਮੇਰੀ ਮੱਤ ਹੈ ਉਹ ਪਵਿੱਤਰ ਨਹੀਂ ਹੋਈ। ਇਸ ਗੱਲ ਦੀ ਮਹਾਰਾਜ ਕਿਰਪਾ ਕਰੋ, ਸਾਨੂੰ ਸਿੱਖਿਆ ਦਵੋ। ਸਿੱਖ ਆਪ ਕੇ ਸ਼ਾਂਤੀ ਪਾਏ। ਪਰ ਜਦੋਂ ਤੁਹਾਡੇ ਸਿੱਖਾਂ ਵੱਲ ਦੇਖਦੇ ਹਾਂ ਤੇ ਉਹ ਸਿੱਖ ਦੱਸਦੇ ਨੇ ਕਿ ਸਾਡੇ ਕੋਲ ਤਾਂ ਬਹੁਤ ਸ਼ਾਂਤੀ ਹੈ, ਜਿਹੜੇ ਤੁਹਾਡੇ ਸਿੱਖਾਂ ਦੇ ਦਰਸ਼ਨ ਕਰਦੇ। ਕਿਉਂਕਿ ਟਿਕਿਆ ਹੋਇਆ ਅੰਦਰ ਉਹਦਾ ਚਿਹਰਾ ਵੀ ਦੱਸ ਦਿੰਦਾ ਹੈ ਕਿ ਇਹਦਾ ਅੰਦਰ ਸ਼ਾਂਤ ਹੈ। ਸਾਰਾ ਕੁਝ ਪ੍ਰਾਪਤ ਕਰਕੇ ਵੀ ਜਿਹਦਾ ਅੰਦਰ ਸ਼ਾਂਤ ਨਹੀਂ, ਉਹ ਚੰਚਲ ਹੈ, ਉਹ ਅਡੋਲ ਹੈ। ਉਹ ਸਾਰਾ ਕੁਝ ਲੈ ਕੇ ਵੀ ਜਿਹੜਾ ਹੈ ਰੋ ਰਿਹਾ, ਦੁਖੀ ਹੈ। ਤੇ ਜਿਹਦਾ ਅੰਦਰ ਸ਼ਾਂਤ ਹੈ, ਪੱਲੇ ਕੋਲ ਕੁਝ ਵੀ ਨਾ ਹੋਵੇ ਫਿਰ ਵੀ ਕਹੇਗਾ ਕਿ ਚੜ੍ਹਦੀ ਕਲਾ ਹੈ। ਇਹ ਗੁਰਸਿੱਖਾਂ ਦਾ ਬੋਲਾ ਹੈ। ਕਹਿਣ ਲੱਗਾ ਮਹਾਰਾਜ ਇੰਨਾ ਗਿਆਨ ਸਾਡੇ ਕੋਲ, ਲੋਕਾਂ ਨੂੰ ਸੁਣਾਉਂਦੇ ਹਾਂ, ਅੰਦਰ ਸ਼ਾਂਤ ਨਹੀਂ। ਪਰ ਤੁਹਾਡੇ ਗੁਰਸਿੱਖਾਂ ਦੇ ਦਰਸ਼ਨ ਕਰਦੇ ਹਾਂ, ਉਹਨਾਂ ਦੇ ਅੰਦਰ ਸ਼ਾਂਤ ਹਨ। ਅਜਮਤ ਜੁਤ ਲੈ ਗੁਣ ਸਮੁਦਾਏ। ਅਸੀਂ ਇਹ ਵੀ ਦੇਖਿਆ ਕਿ ਤੁਹਾਡੇ ਸਿੱਖ ਜਿਹੜੇ ਨੇ ਉਹ ਗੁਣੀ ਹਨ, ਗੁਣਵਾਨ ਹਨ ਤੇ ਅਜਮਤ ਦੇ ਸਹਿਤ ਨੇ, ਕਰਾਮਾਤੀ ਸਿੱਖ ਦੇਖੇ ਹਨ। ਕਿਰਪਾ ਕਰੋ ਇਹ ਭੇਦ ਬਤਾਵੋ। ਮਹਾਰਾਜ ਕਿਰਪਾ ਕਰੋ ਤੇ ਸਾਨੂੰ ਇਹ ਭੇਦ ਵਾਲੀ ਗੱਲ ਦੱਸੋ, ਭੇਦ ਸਮਝਾਵੋ। ਹਿਰਦੈ ਹਮਾਰੇ ਸ਼ਾਂਤੀ ਉਪਾਵੋ। ਐਸਾ ਉਪਦੇਸ਼ ਦੇਵੋ ਜਿਹਦੇ ਨਾਲ ਸਾਡੇ ਅੰਦਰ ਸ਼ਾਂਤੀ ਆ ਜਾਵੇ, ਸਾਡਾ ਅੰਦਰ ਟਿਕ ਜਾਵੇ। ਸੁਣ ਸ੍ਰੀ ਮੁਖ ਤੇ ਬਾਕ ਬਖਾਨਾ। ਇਹਨਾਂ ਦੀ ਬੇਨਤੀ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ। ਮਨ ਕਾਰਨ ਗੁਣ ਅਵਗੁਣ ਜਾਨਾ। ਮਹਾਰਾਜ ਕਹਿੰਦੇ ਸੁਣੋ ਫਿਰ ਪਿਆਰਿਓ, ਮਨ ਹੀ ਕਾਰਨ ਹੈ ਗੁਣਾ ਤੇ ਅਵਗੁਣਾਂ ਦਾ। ਜਿਹੜਾ ਸਾਡਾ ਮਨ ਹੈ ਨਾ, ਜਦੋਂ ਬੰਦਾ ਗੁਣ ਕਰ ਰਿਹਾ ਹੈ, ਕੋਈ ਗੁਣਾਂ ਦਾ ਧਾਰਨੀ ਹੈ, ਤੇ ਜਾਂ ਅਵਗੁਣ ਕਰ ਰਿਹਾ ਹੈ, ਮਾੜੇ ਕੰਮ ਕਰ ਰਿਹਾ ਹੈ, ਉਹਨਾਂ ਸਾਰਿਆਂ ਦਾ ਕਾਰਨ ਜਿਹੜਾ ਉਹ ਮਨ ਹੈ। ਵਿਦਿਆ ਪਠਨ ਲਗੇ ਤੁਮ ਜਬ ਤੇ। ਜਦੋਂ ਤੋਂ ਤੁਸੀਂ ਵਿਦਿਆ ਪੜਨ ਲੱਗੇ ਹੋ, ਮਨ ਤ੍ਰਿਸ਼ਨਾ ਉਪਜਾਇ ਇਸ ਤਬ ਤੇ। ਆਪਣੇ ਮਨ ਦੇ ਵਿੱਚ ਜਿਹੜੀ ਤ੍ਰਿਸ਼ਨਾ ਹੈ ਉਹ ਬਹੁਤੀ ਪ੍ਰਬਲ ਤੁਸੀਂ ਕਰ ਲਈ ਹੈ। ਬਹੁ ਵਿਦਿਆ ਹਮ ਪਠੈ ਬਨਾਏ। ਇਸ ਗੱਲ ਦਾ ਤੁਹਾਨੂੰ ਮਾਣ ਹੋ ਰਿਹਾ ਹੈ ਕਿ ਅਸੀਂ ਬਹੁਤ ਵਿਦਿਆ ਪੜ ਲਈ, ਬਹੁਤ ਅਸੀਂ ਗਿਆਨਵਾਨ ਹੋ ਗਏ ਹਾਂ। ਦਰਬ ਸਮੂਹ ਲਹਿ ਉਪਜਾਏ। ਜਿਉਂ-ਜਿਉਂ ਵਿਦਿਆ ਪੜਦੇ ਗਏ ਤਿਉਂ-ਤਿਉਂ ਮਨ ਵਿੱਚ ਤ੍ਰਿਸ਼ਨਾ ਵੱਧਦੀ ਗਈ ਕਿ ਜਿੰਨਾ ਸਾਡੇ ਕੋਲ ਗਿਆਨ ਹੋਵੇਗਾ ਲੋਕ ਸੁਣਨ ਆਉਣਗੇ, ਤੇ ਜਿੰਨੇ ਲੋਕ ਸਾਨੂੰ ਸੁਣਨ ਆਉਣਗੇ ਉਹਨਾਂ ਅਸੀਂ ਜ਼ਿਆਦਾ ਧਨ ਕਮਾਵਾਂਗੇ। ਦ੍ਰਿੜ ਸੰਕਲਪਤ ਥਾਹੀ ਰਹਿਓ। ਬਸ ਜਿਹੜੇ ਮਨ ਦੇ ਸੰਕਲਪ ਨੇ ਤੁਸੀਂ ਇਸੇ ਤਰ੍ਹਾਂ ਦੇ ਧਾਰਨ ਕੀਤੇ ਹੋਏ। ਜਿਉਂ-ਜਿਉਂ ਵਿਦਿਆ ਪੜ੍ਹੀ ਤਿਉਂ-ਤਿਉਂ ਮਨ ਵਿੱਚ ਤੁਹਾਡੇ ਖਿਆਲ ਬਣਦੇ ਗਏ ਕਿ ਅਸੀਂ ਗਿਆਨੀ ਹੋਵਾਂਗੇ, ਵਿਦਵਾਨ ਹੋਵਾਂਗੇ ਤੇ ਬਹੁਤਾ ਧਨ ਕਮਾਵਾਂਗੇ। ਇਹ ਤੁਹਾਡੇ ਮਨ ਦੇ ਵਿੱਚ ਸੰਕਲਪ ਜਿਹੜੇ ਘਰ ਕਰਦੇ ਗਏ। ਕਰ ਕਰ ਕਥਾ ਦਰਬ ਹੀ ਲਹਿਓ। ਬਸ ਕਥਾ ਕਰ ਕਰਕੇ ਤੁਸੀਂ ਲੋਕਾਂ ਕੋਲੋਂ ਧਨ ਹੀ ਕਮਾਇਆ ਹੈ, ਪੈਸਾ ਹੀ ਇਕੱਠਾ ਕੀਤਾ ਹੈ। ਨਿਜ ਮਨ ਕੇ ਸਮਝਾਵਨ ਕਾਰਨ। ਆਪਣੇ ਮਨ ਨੂੰ ਸਮਝਾਉਣ ਦੇ ਵਾਸਤੇ। ਪਠੀ ਨ ਵਿਦਿਆ ਕੀਏ ਨ ਵਿਚਾਰਨ। ਮਹਾਰਾਜ ਕਹਿੰਦੇ ਨਾ ਤੇ ਤੁਸੀਂ ਮਨ ਸਮਝਾਉਣ ਵਾਸਤੇ ਜਿਹੜਾ ਗਿਆਨ ਇਕੱਠਾ ਕੀਤਾ ਇਹਨੂੰ ਕਦੇ ਵਿਚਾਰਿਆ, ਤੇ ਨਾ ਹੀ ਤੁਸੀਂ ਆਪਣੇ ਤੇ ਕਦੇ ਇਹ ਉਪਦੇਸ਼ ਨੂੰ ਟੁਕਾਇਆ ਹੈ, ਕੇਵਲ ਦੂਜਿਆਂ ਨੂੰ ਹੀ ਸੁਣਾਇਆ। ਤੇ ਜਿਉਂ-ਜਿਉਂ ਵਿਦਿਆ ਪੜ੍ਹਦੇ ਗਏ ਤਿਉਂ-ਤਿਉਂ ਤੁਹਾਡੇ ਮਨ ਦੇ ਅੰਦਰ ਇਹੋ ਹੀ ਖਿਆਲ ਬਣਦੇ ਗਏ ਕਿ ਅਸੀਂ ਵਿਦਿਆ ਪੜ੍ਹ ਰਹੇ ਹਾਂ ਕਾਹਦੇ ਵਾਸਤੇ। ਜਿਸ ਤਰ੍ਹਾਂ ਲੋਕ ਆਮ ਪੜ੍ਹਾਈ ਕਰਦੇ ਨੇ ਨਾ, ਤੇ ਜਿਉਂ-ਜਿਉਂ ਬੱਚਾ ਪੜ੍ਹਾਈ ਕਰਦਾ ਜਾਂਦਾ ਹੈ, ਸਕੂਲ ਤੋਂ ਸ਼ੁਰੂ ਹੁੰਦਾ ਹੈ, ਮਾਂ-ਬਾਪ ਉਹਨੂੰ ਇਹੋ ਹੀ ਗੱਲ ਕੰਨੀ ਪਾਉਂਦੇ ਨੇ, ਪੁੱਤਰ ਚੰਗਾ ਪੜ੍ਹੇਗਾ ਤੇ ਚੰਗਾ ਅਹੁਦਾ ਪਾਵੇਂਗਾ, ਚੰਗੀ ਨੌਕਰੀ ਮਿਲੇਗੀ, ਚੰਗਾ ਧਨ ਕਮਾਵੇਂਗਾ। ਜੇ ਕਾਲਜ 'ਚ ਗਿਆ ਤੇ ਇਹੋ ਗੱਲਾਂ ਸੁਣੀਆਂ, ਯੂਨੀਵਰਸਿਟੀਆਂ ਦੀ ਪੜ੍ਹਾਈ ਕਰ ਲਈ, ਤੇ ਬਸ ਇਹੋ ਹੀ ਮਨ ਵਿੱਚ ਫਿਰ ਸੰਕਲਪ ਬਣਦੇ ਗਏ ਕਿ ਮੈਂ ਅਮੀਰ ਕਿਸ ਤਰ੍ਹਾਂ ਹੋਣਾ ਹੈ, ਚੰਗਾ ਧਨ ਕਿਸ ਤਰ੍ਹਾਂ ਕਮਾਉਣਾ। ਚਲੋ ਉਹ ਤਾਂ ਦੁਨਿਆਵੀ ਵਿਦਿਆ ਸੀ, ਇਸੇ ਕਰਕੇ ਪੜ੍ਹੀ ਜਾਂਦੀ ਹੈ। ਪਰ ਇੱਧਰ ਧਰਮ ਦੀ ਦੁਨੀਆ ਦੇ ਵਿੱਚ ਤਾਂ ਆਪਣੇ ਮਨ ਨੂੰ ਸਮਝਾਉਣ ਵਾਸਤੇ ਕੁਝ ਪੜ੍ਹਨਾ ਸੀ। ਮਹਾਰਾਜ ਦਾ ਬਚਨ ਪੜ੍ਹਦੇ ਹਾਂ, ਮਨ ਸਮਝਾਵਨ ਕਾਰਨ ਕਛੂਕ ਪੜ੍ਹੀਐ ਗਿਆਨ।
ਪਰ ਇੱਧਰ ਵੀ ਹਾਲਤ ਇਹੋ ਹੀ ਹੋ ਗਈ। ਜੇ ਕਿਸੇ ਨੇ ਕੋਈ ਗਾਉਣਾ ਸਿੱਖਿਆ ਤੇ ਜੇ ਕਿਸੇ ਨੇ ਕੁਝ ਕਥਾ ਸਿੱਖੀ, ਬਸ ਮਨ ਵਿੱਚ ਇਹੋ ਹੀ ਖਿਆਲ ਬਣਾ ਲਏ, ਇਹ ਨਹੀਂ ਸੋਚਿਆ ਕਦੇ ਕਿ ਮੈਂ ਜੋ ਪੜ੍ਹ ਰਿਹਾ ਸੁਣ ਰਿਹਾ ਉਹਦੇ ਨਾਲ ਮੈਂ ਆਪਣੇ ਮਨ ਨੂੰ ਸਮਝਾਵਾਂ, ਮੈਂ ਵੀ ਕਮਾਈ ਕਰਾਂ। ਜਿਹੜੀ ਗੱਲ ਕਹਿ ਰਿਹਾ ਕਿ ਤੁਸੀਂ ਕਮਾਵੋਗੇ ਇਹਦੇ ਨਾਲ ਤੁਹਾਡੀ ਕਲਿਆਣ ਹੋਵੇਗੀ, ਤੇ ਜੇ ਮੈਂ ਕਮਾਵਾਂਗਾ ਤੇ ਮੇਰਾ ਵੀ ਇਹਦੇ ਨਾਲ ਹੀ ਉਧਾਰ ਹੋਣਾ ਹੈ ਨਾ। ਕੱਲਾ ਪੜ੍ਹਨ ਤੇ ਸੁਣਨ ਨਾਲ ਗੱਲ ਬਣਨੀ ਨਹੀਂ ਜਿੰਨਾ ਚਿਰ ਕਮਾਈ ਨਹੀਂ ਕੀਤੀ। ਜਿਉਂ-ਜਿਉਂ ਦੁਨਿਆਵੀ ਲੋਕ ਮਨ ਵਿੱਚ ਖਿਆਲ ਬਣਾਉਂਦੇ ਨੇ ਚੰਗੀ ਵਿੱਦਿਆ ਚੰਗਾ ਧਨ ਕਮਾਵਾਂਗੇ, ਇੱਧਰ ਵੀ ਤੁਸੀਂ ਮਨ ਵਿੱਚ ਇਹੋ ਹੀ ਖਿਆਲ ਬਣਾ ਲਏ ਕਿ ਜਿੰਨੇ ਗ੍ਰੰਥ ਅਸੀਂ ਵੱਧ ਪੜ੍ਹਾਂਗੇ ਉਹਨੇ ਲੋਕ ਸਾਨੂੰ ਸੁਣਨ ਆਉਣਗੇ ਤੇ ਬਹੁਤਾ ਧਨ ਕਮਾਵਾਂਗੇ। ਇਸ ਲਈ ਮਹਾਰਾਜ ਕਹਿੰਦੇ ਕਿ ਆਪਣੇ ਕਦੇ ਮਨ ਨੂੰ ਸਮਝਾਇਆ ਹੀ ਨਹੀਂ, ਕੇਵਲ ਧਨ ਇਕੱਠਾ ਕਰਨ ਵਾਸਤੇ ਤੁਸੀਂ ਵਿੱਦਿਆ ਪੜ੍ਹੀ ਹੈ। ਕਥਾ ਕਰਤ ਧਨ ਮਹਿ ਮਨ ਰਹਿ। ਜਦੋਂ ਵੀ ਤੁਸੀਂ ਕਥਾ ਕਰਦੇ ਸੀ ਨਾ ਤੇ ਤੁਹਾਡਾ ਜਿਹੜਾ ਮਨ ਸੀ ਉਹ ਧਨ ਦੇ ਵੱਲ ਸੀ। ਇਸੇ ਤਰ੍ਹਾਂ ਦੇ ਕੁਝ ਹਾਲਤ ਸਾਡੇ ਵੀ ਨੇ ਕਿ ਪਹਿਲਾਂ ਕਹਿੰਦੇ ਆ ਕਿ ਇੰਨੇ ਪੈਸੇ ਲਵਾਂਗੇ, ਤੇ ਜੇ ਕੋਈ ਕਵੇ ਕਿ ਇੱਕ ਸ਼ਬਦ ਜਾਂ 15 ਮਿੰਟ ਹੋਰ ਕਥਾ ਅੱਧਾ ਘੰਟਾ, ਨਹੀਂ ਜੀ ਫਿਰ ਇੰਨੇ। ਮਹਾਰਾਜ ਕਹਿਣ ਲੱਗੇ ਫਿਰ ਅੰਦਰ ਸ਼ਾਂਤੀ ਆਵੇ ਕਿੱਦਾਂ? ਇਹਨੇ ਤਾਂ ਸਾਨੂੰ ਸ਼ਾਂਤੀ ਦੇਣੀ ਸੀ, ਤੇ ਜੇ ਇਹੋ ਹੀ ਕਿੱਤਾ ਬਣਾ ਕੇ ਤੁਸੀਂ ਬੈਠ ਗਏ, ਅਸੀਂ ਬੈਠ ਗਏ, ਤੇ ਫਿਰ ਉਧਾਰ ਕਿਸ ਤਰ੍ਹਾਂ ਹੋਵੇਗਾ? ਫਿਰ ਕਲਿਆਣ ਕਿਸ ਤਰ੍ਹਾਂ ਹੋਵੇਗੀ? ਭਾਈ ਗੁਰਦਾਸ ਜੀ ਕਹਿੰਦੇ ਕਿ ਬਾਹਰ ਅੱਗ ਲੱਗੀ, ਪਾਣੀ ਨੇ ਬੁਝਾਈ, ਤੇ ਜੇ ਨਾਵ ਦੇ ਵਿੱਚ ਹੀ ਬੇੜੀ 'ਚ ਹੀ ਅੱਗ ਲੱਗ ਗਈ ਤੇ ਫਿਰ ਅੱਗ ਬੁਝਾਵਾਂਗੇ ਕਿਸ ਤਰ੍ਹਾਂ? ਮਾਇਆ ਤੋਂ ਬਚਣ ਵਾਸਤੇ ਗੁਰੂ ਦੀ ਸ਼ਰਨ ਵਿੱਚ ਆਏ ਸਾਂ, ਜੇ ਇੱਥੇ ਆ ਕੇ ਵੀ ਮਾਇਆ ਦੇ ਮਾਰੇ ਗਏ ਤੇ ਫਿਰ ਬਚਾਂਗੇ ਕਿਸ ਤਰ੍ਹਾਂ? ਇਸ ਕਰਕੇ ਮਹਾਰਾਜ ਕਹਿੰਦੇ ਜਿਉਂ-ਜਿਉਂ ਤੁਸੀਂ ਕਥਾ ਸੁਣਾਉਂਦੇ ਗਏ ਤਿਉਂ-ਤਿਉਂ ਤੁਹਾਡਾ ਜਿਹੜਾ ਖਿਆਲ ਸੀ, ਮਨ ਸੀ, ਉਹ ਧਨ ਦੇ ਵੱਲ ਜਾਂਦਾ ਗਿਆ। ਕਿਵੇਂ ਸ਼ਾਂਤੀ ਗੁਣ ਗਣ ਕੋ ਲਹੈ। ਹੁਣ ਇਹ ਦੱਸੋ ਕਿ ਤੁਹਾਨੂੰ ਗੁਣ ਕਿਸ ਤਰ੍ਹਾਂ ਪ੍ਰਾਪਤ ਹੋਣ ਜਿਹੜੇ ਗੁਰੂ ਨੇ ਸਮਝਾਏ। ਜਿਹੜੀਆਂ ਗੱਲਾਂ ਗੁਰੂ ਨੇ ਸਾਨੂੰ ਸਮਝਾਈਆਂ ਕਮਾਉਣ ਵਾਸਤੇ, ਉਹ ਤਾਂ ਪੱਲੇ ਪੈਣਗੀਆਂ ਨਾ ਜੇ ਗੁਰੂ ਦੀ ਗੱਲ ਵੱਲ ਧਿਆਨ ਜਾਵੇ, ਤੇ ਫਿਰ ਹੀ ਅੰਦਰ ਸ਼ਾਂਤੀ ਆਵੇਗੀ। ਜੇ ਗੁਣਾਂ ਨੂੰ ਧਾਰਨ ਕਰਾਂਗੇ, ਮਹਾਰਾਜ ਕਹਿੰਦੇ ਫਿਰ ਅੰਦਰ ਸ਼ਾਂਤੀ ਕਿਸ ਤਰ੍ਹਾਂ ਆਵੇ। ਅਬ ਤੇ ਕਰੋ ਅਗਾਰੀ ਐਸੀ। ਅੱਜ ਤੋਂ ਬਾਅਦ ਸਾਡਾ ਬਚਨ ਮੰਨੋ, ਅੱਗੇ ਤੋਂ ਜਦੋਂ ਵੀ ਤੁਸੀਂ ਕਥਾ ਕਰੋਗੇ, ਸਮਝਾਵਨ ਹਿਤ ਲੋਕਨ ਜੈਸੀ। ਜਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਸਮਝਾਉਂਦੇ ਹੋ, ਲੋਕਾਂ ਨੂੰ ਗਿਆਨ ਦਿੰਦੇ ਹੋ, ਅਨੇਕ ਭਾਂਤ ਕੀ ਕਰ ਚਤੁਰਾਈ। ਕਈ ਤਰ੍ਹਾਂ ਦੇ ਤੁਸੀਂ ਪ੍ਰਮਾਣ ਸੁਣਾਉਂਦੇ ਹੋ। ਚਤੁਰਾਈ ਤਾਂ ਭਾਵ ਹੁੰਦਾ ਬੜੀ ਸਿਆਣਪਤਾ ਦੇ ਨਾਲ, ਤੇ ਗੱਲ ਕਿਸੇ ਦੇ ਖਾਨੇ ਵਿੱਚ ਪਾਉਣੀ, ਕਿਸੇ ਦੇ ਪੱਲੇ ਪਾਉਣੀ, ਉਹਦੇ 'ਚ ਵੀ ਸਿਆਣਪ ਚਾਹੀਦੀ ਹੈ। ਮਹਾਰਾਜ ਕਹਿੰਦੇ ਤੁਸੀਂ ਬੜੀ ਚਤੁਰਾਈ ਨਾਲ, ਬੜੀ ਸਿਆਣਪ ਦੇ ਨਾਲ ਜਿਸ ਤਰ੍ਹਾਂ ਲੋਕਾਂ ਨੂੰ ਸਮਝਾਉਂਦੇ ਹੋ, ਕਰਹੁ ਰੁਝਾਵਨ ਠਾਣ ਉਪਾਈ। ਜਿਸ ਤਰ੍ਹਾਂ ਬੜੇ ਯਤਨ ਕਰਕੇ, ਬੜੇ ਗ੍ਰੰਥਾਂ ਦੇ ਪ੍ਰਮਾਣ ਦੇ ਕੇ ਲੋਕਾਂ ਦੇ ਅੰਦਰ ਗੱਲ ਘਰ ਪਾਉਨੇ ਹੋ, ਐਸੇ ਮਨ ਸਮਝਾਵਨ ਕਾਰਣ। ਇਸੇ ਤਰ੍ਹਾਂ ਆਪਣੇ ਮਨ ਨੂੰ ਸਮਝਾਉਣ ਦੇ ਵਾਸਤੇ ਪਠ ਬੇਦਾਂਤ ਸੋ ਕਰਹੁ ਵਿਚਾਰਣ। ਇਹਨਾਂ ਗ੍ਰੰਥਾਂ ਨੂੰ ਪੜ੍ਹੋ ਤੇ ਫਿਰ ਉਹਦੀ ਵਿਚਾਰ ਕਰੋ। ਇਸ ਗੱਲ ਦੀ ਵਿਚਾਰ ਕਰੋ ਕਿ ਜਿਹੜਾ ਗ੍ਰੰਥ ਅਸੀਂ ਪੜ੍ਹ ਕੇ ਦੂਜੇ ਨੂੰ ਸੁਣਾਉਣ ਲੱਗੇ ਹਾਂ, ਪਹਿਲਾਂ ਆਪਣੇ ਮਨ ਨੂੰ ਸਮਝਾਵੋ, ਪਹਿਲਾਂ ਆਪਣੇ ਆਪ ਨੂੰ ਸਿੱਖਿਆ ਦਿਵੋ, ਪਹਿਲਾਂ ਆਪ ਉਹਦੀ ਕਮਾਈ ਕਰੋ। ਇਸ ਉਦਮ ਮਹਿ ਬਹੁ ਜਬ ਲਾਗੋ। ਜਦੋਂ ਇਹ ਉਦਮ ਦੇ ਵਿੱਚ ਤੁਸੀਂ ਲੱਗੋਗੇ, ਸਿਮਰੋ ਸਤਿਨਾਮ ਅਨੁਰਾਗੋ। ਫਿਰ ਪ੍ਰੇਮ ਦੇ ਨਾਲ ਸਿਮਰਨ ਕਰੋ, ਦੀ ਕਮਾਈ ਕਰੋ। ਮਾਸ ਮਾਸ ਮੈਂ ਦਰਸੋ ਗੁਰ ਕੋ। ਹਰ ਮਹੀਨੇ ਆ ਕੇ ਤੁਸੀਂ ਇੱਥੇ ਗੁਰੂ ਦੇ ਦਰਸ਼ਨ ਕਰੋ। ਆਏ ਬਿਰਤਾਂਤ ਬਤਾਵੋ ਉਰ ਕੋ। ਫਿਰ ਮਹਾਰਾਜ ਕਹਿੰਦੇ ਆਪਣੇ ਅੰਦਰ ਦੀ ਗੱਲ ਇੱਥੇ ਆ ਕੇ ਦੱਸੋ। ਹਲੇ ਤੱਕ ਤਾਂ ਤੁਸੀਂ ਕਮਾਈ ਨਹੀਂ ਨਾ ਕੀਤੀ, ਅੰਦਰ ਸ਼ਾਂਤ ਨਹੀਂ ਹੋਇਆ। ਤੁਸੀਂ ਆ ਕੇ ਦੱਸ ਦਿੱਤਾ ਕਿ ਅੰਦਰ ਸਾਡਾ ਪਰੇਸ਼ਾਨ ਹੈ। ਆਉਂਦੇ ਅਸੀਂ ਰੋਜ਼ ਗੁਰੂ ਕੋਲ ਸੀ, ਇੱਥੇ ਉਹ ਲੋਕ ਆਉਂਦੇ ਨੇ ਜਿਨ੍ਹਾਂ ਦੇ ਅੰਦਰ ਖਿੰਡੇ ਹੋਏ ਸਨ, ਆ ਕੇ ਬੇਨਤੀਆਂ ਕੀਤੀਆਂ। ਉਹਨਾਂ ਦੇ ਫਿਰ ਗੱਲਾਂ ਬਾਅਦ ਵਿੱਚ ਉਹਨਾਂ ਨੇ ਦੱਸੀਆਂ, ਜੀ ਸਾਡੇ ਮਨ ਬੜੇ ਦੁਖੀ ਸੀ ਜਦੋਂ ਅਸੀਂ ਸੇਵਾ ਕੀਤੀ, ਗੁਰੂ ਦੇ ਦਰਸ਼ਨ ਕੀਤੇ ਤੇ ਸਾਡੇ ਅੰਦਰ ਸ਼ਾਂਤੀ ਆਈ, ਵੱਡੇ ਤੋਂ ਵੱਡੇ ਦੁੱਖ ਰੋਗ ਕਲੇਸ਼ ਕੱਟੇ ਗਏ। ਪਰ ਉਹਨਾਂ ਦੇ ਹਾਲਾਤ ਕੀ ਹਨ ਜਿਨ੍ਹਾਂ ਨੇ ਦੂਜਿਆਂ ਨੂੰ ਗਿਆਨ ਦੇਣਾ ਸੀ ਪਰ ਹਲੇ ਆਪ ਕਮਾਈ ਨਾ ਕੀਤੀ, ਕੇਵਲ ਦੂਜਿਆਂ ਨੂੰ ਸਮਝਾਇਆ। ਮਹਾਰਾਜ ਕਹਿੰਦੇ ਤੁਸੀਂ ਆ ਕੇ ਦੱਸ ਦਿੱਤਾ ਕਿ ਇੰਨੀ ਕਥਾ ਕਰਦੇ ਆ ਪਰ ਅੰਦਰ ਸ਼ਾਂਤ ਨਹੀਂ। ਹੁਣ ਸਾਡਾ ਬਚਨ ਮੰਨੋ, ਪਹਿਲਾਂ ਜਿਹੜਾ ਵੀ ਗ੍ਰੰਥ ਪੜ੍ਹਦੇ ਹੋ ਆਪਣੇ ਮਨ ਨੂੰ ਸਮਝਾਓ। ਜੇ ਉਹਦੀ ਕਮਾਈ ਕਰੋਗੇ ਨਾ, ਫਿਰ ਮਹਾਰਾਜ ਕਹਿੰਦੇ ਤੁਹਾਡੇ ਅੰਦਰ ਸ਼ਾਂਤੀ ਆਵੇਗੀ। ਹੁਣ ਜਾਓ, ਇਹ ਬਚਨ ਸਾਡਾ ਕਮਾਓ। ਹਰ ਮਹੀਨੇ ਆ ਕੇ ਆਪਣੇ ਅੰਦਰ ਦੀ ਹਾਲਤ ਬਾਰੇ ਦੱਸੋ। ਸੁਖ ਦੁਖ ਜੋ ਪਈਆ ਪਰਲੋਕ। ਜੋ ਵੀ ਸੁਖ ਤੇ ਦੁੱਖ ਪਰਲੋਕ ਵਿੱਚ ਸਾਨੂੰ ਮਿਲਨੇ ਹਨ, ਜਿਸ ਕੋ ਲਖੋ ਲਿਹੋ ਮਨ ਰੋਕ। ਮਨ ਨੂੰ ਰੋਕ ਲਵੋ, ਵਾਸ਼ਨਾਵਾਂ ਨੂੰ ਮਨ ਦੇ ਵਿੱਚ ਜਿਹੜੀਆਂ ਪੈਦਾ ਹੋ ਰਹੀਆਂ ਨੇ। ਕਿਉਂਕਿ ਮਨ ਦੀਆਂ ਵਾਸ਼ਨਾਵਾਂ ਕਰਕੇ ਪਰਲੋਕ ਵਿੱਚ ਸੁੱਖ ਅਤੇ ਦੁੱਖ ਮਿਲਦੇ। ਖੇਡ ਤਾਂ ਸਾਰੀ ਮਨ ਤੋਂ ਬਣਦੀ ਹੈ ਨਾ। ਮਨ ਨੇ ਸਿੱਖਿਆ ਦਿੱਤੀ ਤੇ ਬੰਦੇ ਨੇ ਉਹ ਕਰਮ ਕੀਤਾ ਹੈ। ਬਸ ਮਹਾਰਾਜ ਕਹਿੰਦੇ ਮਨ ਦੀਆਂ ਵਾਸ਼ਨਾਵਾਂ ਰੋਕ ਲਓ, ਪਰ ਰੋਕਾਂਗੇ ਉਦੋਂ ਜਦੋਂ ਪਤਾ ਲੱਗੇਗਾ ਮਾੜੇ ਕਰਮ ਦਾ ਫਲ ਪਰਲੋਕ ਵਿੱਚ ਇਹ ਮਿਲਣਾ ਹੈ, ਤੇ ਜੇ ਚੰਗਾ ਕਰਮ ਕਰਾਂਗੇ ਤੇ ਉਹਦਾ ਫਲ ਆ ਹੈ।
ਇਸ ਲਈ ਮਹਾਰਾਜ ਕਹਿੰਦੇ ਆਪਣੇ ਮਨ ਨੂੰ ਰੋਕੋ, ਅਭਿਆਸ ਕਰੋ ਗੁਰੂ ਦੇ ਬਚਨਾਂ ਦੇ ਨਾਲ। ਬਸਹਿ ਹਿਰਦੈ ਮਨ ਕੀ ਸਭ ਜਾਣੈ। ਬਸ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਹਿਰਦੇ 'ਚ ਵਸਦਾ ਹੈ, ਦੂਰ ਨਹੀਂ ਹੈ, ਤੇ ਸਾਡੇ ਮਨ ਦੀ ਦਸ਼ਾ ਨੂੰ ਉਹ ਜਾਣਦਾ ਹੈ। ਮਹਾਰਾਜ ਦੇ ਬਚਨ ਆਪਾਂ ਬਾਣੀ ਅੰਦਰ ਪੜ੍ਹਦੇ ਹਾਂ। ਇਹ ਮਹਾਰਾਜ ਕਹਿੰਦੇ ਹਨ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹ ਮਨ ਤੋਂ ਦੂਰ ਨਹੀਂ, ਹਿਰਦੇ ਵਿੱਚ ਬੈਠਾ ਹੈ, ਸਾਡੇ ਅੰਦਰ ਦੀ ਹਾਲਤ ਨੂੰ ਉਹ ਜਾਣਦਾ ਹੈ। ਖਿਆਲ ਤਾਂ ਬਾਅਦ ਵਿੱਚ ਬਣੇ, ਉਹਨੇ ਪਹਿਲਾਂ ਜਾਣਿਆ ਕਿ ਇਹਦੇ ਮਨ ਦੇ ਅੰਦਰ ਆ ਖਿਆਲ ਹਨ, ਇਸ ਲਈ ਉਹ ਦੂਰ ਨਹੀਂ ਹੈ ਸਾਡੇ ਤੋਂ। ਸੋ ਪਰਮੇਸ਼ਰ ਲਖ ਸਭ ਥਾਨੈ। ਉਹ ਪਰਮੇਸ਼ਰ ਅਕਾਲ ਪੁਰਖ ਨੂੰ ਸਾਰੀਆਂ ਥਾਵਾਂ ਤੇ ਹਾਜ਼ਰ ਨਾਜ਼ਰ ਜਾਣੋ। ਸ੍ਰੀ ਮੁਖ ਤੇ ਸੁਨ ਪੰਡਤ ਦੋ। ਇਹ ਉਪਦੇਸ਼ ਇਹਨਾਂ ਦੋਵਾਂ ਪੰਡਤਾਂ ਨੇ ਜਿਹੜੇ ਚੱਲ ਕੇ ਗੁਰੂ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਏ ਸੀ। ਸੋ ਇਹਨਾਂ ਦੋਨਾਂ ਪੰਡਤਾਂ ਨੇ ਗੁਰੂ ਸਾਹਿਬ ਤੋਂ ਉਪਦੇਸ਼ ਸੁਣਿਆ ਹੈ। ਮਾਨੇ ਬਾਕ ਵਿਚਾਰਤ ਸੋ। ਸਤਿਗੁਰਾਂ ਦਾ ਬਚਨ ਸੁਣ ਕੇ ਇਹਨਾਂ ਨੇ ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨਿਆ ਹੈ ਤੇ ਉਹਦੀ ਵਿਚਾਰ ਕੀਤੀ ਹੈ। ਮਨ ਕੋ ਸਮਝਾਵਨ ਪੁਨ ਲਾਗੇ। ਫਿਰ ਆਪਣੇ ਮਨ ਨੂੰ ਸਮਝਾਉਣ ਲੱਗੇ ਨੇ। ਇਹ ਹੈ ਜੀ, ਪੂਰੇ ਗੁਰੂ ਦੀ ਸ਼ਰਨ ਵਿੱਚ ਜਿੰਨਾ ਚਿਰ ਆਉਂਦੇ ਨਹੀਂ, ਜਿੰਨਾ ਮਰਜੀ ਬੰਦਾ ਗਿਆਨਵਾਨ ਸਿਆਣਾ ਹੈ, ਜਿੰਨਾ ਚਿਰ ਸੰਗਤ ਨਹੀਂ ਕਰਦਾ ਉਹਨਾਂ ਚਿਰ ਖੇਡ ਬਣਦੀ ਨਹੀਂ। ਕਿਉਂਕਿ ਗਿਆਨ ਤਾਂ ਪੂਰੇ ਗੁਰੂ ਨੇ ਦੇਣਾ ਹੈ। ਜਿੰਨਾ ਮਰਜੀ ਦੁਨਿਆਵੀ ਗਿਆਨ ਤਾਂ ਇਕੱਠਾ ਕੀਤਾ ਸੀ, ਵੇਦਾਂ ਸ਼ਾਸਤਰਾਂ ਦਾ, ਪਰ ਅੰਦਰ ਸ਼ਾਂਤ ਨਹੀਂ ਸੀ। ਅੱਜ ਪੂਰੇ ਗੁਰੂ ਦੀ ਸੰਗਤ 'ਚ ਆਏ, ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ, ਉਹਨਾਂ ਬਚਨਾਂ ਦੀ ਕਮਾਈ ਕੀਤੀ ਤੇ ਫਿਰ ਅੰਦਰ ਸ਼ਾਂਤੀ ਆਉਣ ਲੱਗੀ ਹੈ। ਸਨੈ ਸਨੈ ਤਸ ਨਾਦਿਕ ਤਿਆਗੇ। ਹੌਲੀ ਹੌਲੀ ਇਹਨਾਂ ਨੇ ਜਿਹੜੇ ਮਾੜੇ ਕਰਮ ਸਨ, ਤ੍ਰਿਸ਼ਨਾ ਆਦਿ ਕੋ ਤਿਆਗ ਦਿੱਤੇ। ਕਿਉਂਕਿ ਤ੍ਰਿਸ਼ਨਾ ਇਹ ਬਹੁਤ ਵੱਡਾ ਖੂਹ ਵਿਦਵਾਨਾਂ ਨੇ ਮੰਨਿਆ ਹੈ। ਤ੍ਰਿਸ਼ਨਾ ਅੱਗ ਮੰਨੀ ਹੈ, ਅੱਗ ਵਿੱਚ ਮਨਾਂ ਦੇ ਹਿਸਾਬ ਨਾਲ ਲੱਗਣਾ ਪਊ, ਅੱਗ ਕਦੇ ਰੱਜਦੀ ਨਹੀਂ। ਤ੍ਰਿਸ਼ਨਾ ਵੀ ਇਸੇ ਤਰ੍ਹਾਂ ਦੀ, ਜਿੰਨਾ ਮਰਜੀ ਰਾਜ ਭਾਗ ਪ੍ਰਾਪਤ ਹੋ ਜਾਵੇ, ਜੇ ਅੰਦਰ ਤ੍ਰਿਸ਼ਨਾਲੂ ਹੈ, ਅੰਦਰ ਰਜਿਆ ਨਹੀਂ ਤੇ ਤ੍ਰਿਪਤੀ ਹੋਣੀ ਵੀ ਨਹੀਂ। ਪਰ ਜਿਨ੍ਹਾਂ ਕੋਲ ਕੁਝ ਵੀ ਨਹੀਂ, ਜੇ ਅੰਦਰ ਤ੍ਰਿਸ਼ਨਾ ਤੋਂ ਮੁਕਤ ਹੈ, ਅੰਦਰ ਸੰਤੋਖ ਹੈ, ਤੇ ਫਿਰ ਉਹਦਾ ਅੰਦਰ ਖੁਸ਼ਹਾਲ ਹੈ। ਇਉਂ ਜਿਹੜੀ ਤ੍ਰਿਸ਼ਨਾ ਸੀ ਉਹ ਤਿਆਗ ਦਿੱਤੀ। ਵਿਦਿਆ ਪੜ੍ਹੀ ਸੀ, ਦੂਜਿਆਂ ਨੂੰ ਸੁਣਾਉਂਦੇ ਸੀ, ਪਰ ਧਨ ਖਾਤਰ ਮਨ ਦੇ ਵਿੱਚ ਤ੍ਰਿਸ਼ਨਾ ਹੋਰ ਵੱਧ ਰਹੀ ਸੀ ਕਿ ਇੰਨਾ ਧਨ ਹੋਰ ਆ ਜਾਵੇ, ਇੰਨੇ ਲੋਕ ਸਾਡੀ ਕਥਾ ਸੁਣਨ ਆਉਣਗੇ ਤੇ ਹੋਰ ਧਨ ਮਿਲੇਗਾ। ਅੱਜ ਮਹਾਰਾਜ ਕਹਿੰਦੇ ਹਨ, ਜਦੋਂ ਉਪਦੇਸ਼ ਗੁਰੂ ਸਾਹਿਬ ਦਾ ਸੁਣਿਆ ਤੇ ਸਭ ਤੋਂ ਪਹਿਲਾਂ ਜਿਹੜੀ ਗੱਲ ਕਹਿਣ ਲੱਗੇ ਉਹਨੂੰ ਆਪਣੇ ਤੇ ਲਾਗੂ ਕੀਤਾ। ਹੌਲੀ ਹੌਲੀ ਅੰਦਰੋਂ ਤ੍ਰਿਸ਼ਨਾ ਨੂੰ ਤਿਆਗ ਦਿੱਤਾ। ਸਤਿਗੁਰ ਸੰਗ ਕਰਤ ਭੇ ਨੀਤ। ਫਿਰ ਨਿਤਾ ਪ੍ਰਤੀ ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਚੱਲ ਕੇ ਆਉਂਦੇ ਸੀ। ਸਤਨਾਮ ਸੰਗ ਲਾਗੀ ਪ੍ਰੀਤ। ਐਸੀ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਕਿ ਪਰਮੇਸ਼ਰ ਦੇ ਨਾਮ ਦੇ ਨਾਲ ਇਹਨਾਂ ਦੀ ਪ੍ਰੀਤੀ ਬਣ ਗਈ। ਪਹਿਲਾਂ ਕੇਵਲ ਗੱਲਾਂ ਸਨ, ਜਿਨ੍ਹਾਂ ਦਾ ਜ਼ਿਕਰ ਪਿਛਲੇ ਦੀਵਾਨਾਂ 'ਚ ਆਪਾਂ ਸੁਣਿਆ, ਭੱਟਾਂ ਨੇ ਵੀ ਕੀਤਾ ਹੈ। ਰਹਿਓ ਸੰਤ ਹੋਂ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁਖੋਂ ਪੰਡਤ ਮਿੱਠੇ, ਬਰਸੇ ਕਹੋਂ ਫਿਰਿਓ ਕਿਨੇ ਨੂੰ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਹਰ ਨਾਮ ਛੋੜ ਦੂਜੇ ਲੱਗੇ, ਤਿੰਨ ਕੇ ਗੁਣ ਹੋ ਕਿਆ ਕਹੂੰ। ਕਿਉਂਕਿ ਗੱਲਾਂ ਤੇ ਸੁਣਾਈਆਂ ਪਰ ਨਾਮ ਨਹੀਂ ਸੀ ਜਪਿਆ, ਕਮਾਈ ਨਹੀਂ ਸੀ ਕੀਤੀ। ਅੱਜ ਗੁਰੂ ਦਾ ਬਚਨ ਸੁਣ ਕੇ ਇਹਨਾਂ ਨੇ ਕਮਾਈ ਕੀਤੀ ਹੈ। ਸਿਮਰਨ ਦੇ ਨਾਲ ਇਹਨਾਂ ਦੀ ਪ੍ਰੀਤੀ ਬਣੀ ਹੈ। ਹੋਤ ਭਇਓ ਤਿਨ ਕੋ ਕਲਿਆਣੇ। ਫਿਰ ਉਪਦੇਸ਼ ਗੁਰੂ ਦਾ ਸੁਣ ਕੇ ਉਹਦੀ ਕਮਾਈ ਕੀਤੀ, ਸਤਨਾਮ ਦਾ ਸਿਮਰਨ ਕੀਤਾ, ਹੋਤ ਭਇਓ ਤਿਨ ਕੋ ਕਲਿਆਣੇ। ਫਿਰ ਇਸ ਤਰ੍ਹਾਂ ਇਹਨਾਂ ਦੋਨਾਂ ਬ੍ਰਾਹਮਣਾਂ ਦਾ ਅੰਤ ਕਲਿਆਣ ਹੋਇਆ। ਕਿਉਂਕਿ ਗੁਰੂ ਕਰਦਾ ਹੀ ਕਲਿਆਣ ਹੈ। ਗੁਰੂ ਕੋਲ ਆ ਕੇ ਹੀ ਤਾਂ ਗੱਤ ਹੁੰਦੀ, ਪਰ ਗੱਤ ਉਦੋਂ ਹੁੰਦੀ ਹੈ ਜੀ, ਸੁਣ ਲਿਆ, ਪੜ੍ਹ ਵੀ ਲਿਆ, ਪਰ ਕਲਿਆਣ ਤਾਂ ਉਦੋਂ ਹੋਣੀ ਜਦੋਂ ਉਹਦੀ ਕਮਾਈ ਕਰਾਂਗੇ। ਇਸ ਲਈ ਮਹਾਰਾਜ ਦਾ ਬਚਨ ਹਰ ਰੋਜ਼ ਪੜ੍ਹਦੇ ਹਾਂ, ਜਿੰਨੀ ਸੁਣ ਕੇ ਮੰਨਿਆ ਹਉ ਤਿਨ ਬਲਿਹਾਰਿਆ ਜਾਉ। ਜਿਹੜੇ ਸੁਣ ਲੈਂਦੇ ਨੇ, ਸੁਣ ਕੇ ਮੰਨ ਲੈਂਦੇ ਨੇ, ਗੁਰੂ ਸਾਹਿਬ ਕਹਿੰਦੇ ਉਹਨਾਂ ਤੋਂ ਅਸੀਂ ਕੁਰਬਾਨ ਬਲਿਹਾਰ ਜਾਂਦੇ ਹਾਂ। ਗੁਰੂ ਸਾਹਿਬ ਦਾ ਉਪਦੇਸ਼ ਸੁਣ ਕੇ ਉਹਦੀ ਕਮਾਈ ਕੀਤੀ, ਅੰਤ ਇਹਨਾਂ ਦੀ ਕਲਿਆਣ ਹੋਈ ਹੈ। ਗੁਰ ਕੇ ਸਿੱਖ ਹੋਏ ਮਨ ਮਾਨੇ। ਮਨ ਵਿੱਚ ਗੁਰੂ ਦਾ ਬਚਨ ਮੰਨਣ ਕਰਕੇ ਗੁਰੂ ਦੇ ਸਿੱਖ ਬਣੇ ਨੇ। ਇੱਕ ਤਾਂ ਸਿੱਖ ਹੁੰਦਾ ਇਕੱਲਾ ਪਹਿਰਾਵੇ ਵਾਲਾ, ਪਰ ਅਸਲ ਵਿੱਚ ਸਿੱਖ ਉਹ ਹੈ ਜਿਹੜਾ ਗੁਰੂ ਦੇ ਉਪਦੇਸ਼ ਨੂੰ ਮੰਨ ਕਰਕੇ ਮੰਨ ਲਵੇ। ਕਿਉਂਕਿ ਸਿੱਖੀ ਗੁਰੂ ਦੇ ਬਚਨਾਂ 'ਤੇ ਖੜੀ। ਜਦੋਂ ਵੀ ਕੋਈ ਗੁਰੂ ਦਾ ਸਿੱਖ ਬਣਨ ਆਉਂਦਾ ਹੈ ਨਾ ਜੀ, ਆ ਪੰਜ ਪਿਆਰੇ ਸਹਿਬਾਨ ਸਭ ਤੋਂ ਪਹਿਲਾਂ ਇਹੋ ਪੁੱਛਦੇ ਨੇ ਕਿ ਤੁਸੀਂ ਆਪਣੀ ਖੁਸ਼ੀ ਨਾਲ ਆਏ ਹੋ ਨਾ, ਤੁਹਾਡੇ 'ਤੇ ਕਿਸੇ ਤਰ੍ਹਾਂ ਦੀ ਕੋਈ ਤੁਹਾਡੇ ਸਿਰ 'ਤੇ ਬਰਡਨ ਤਾਂ ਨਹੀਂ, ਕੋਈ ਮਜਬੂਰੀ ਨੂੰ ਲੈ ਕੇ ਤਾਂ ਨਹੀਂ ਇੱਥੇ ਆਏ। ਜੇ ਪਲੀਜ਼ ਕਿਸੇ ਮਜਬੂਰੀ ਨਾਲ ਆਇਓ, ਦਰਵਾਜ਼ਾ ਖੁੱਲ੍ਹਾ ਹੈ, ਤੁਸੀਂ ਜਾ ਸਕਦੇ ਹੋ। ਇੱਥੇ ਉਹ ਆਵੇਗਾ ਅੰਮ੍ਰਿਤ ਦੀ ਦਾਤ ਲੈਣ ਜਿਹੜਾ ਆਪਣੀ ਖੁਸ਼ੀ ਦੇ ਨਾਲ ਆਇਆ ਹੈ, ਜਿਹੜਾ ਗੁਰੂ ਨੂੰ ਤਨ ਮਨ ਧਨ ਖੁਸ਼ੀ ਨਾਲ ਅਰਪਣ ਕਰ ਸਕਦਾ ਹੈ। ਇੱਥੇ ਕੋਈ ਜ਼ਬਰਦਸਤੀ, ਕੋਈ ਲਾਲਚ ਨਹੀਂ। ਇਸ ਲਈ ਗੁਰ ਕੇ ਸਿੱਖ ਹੋਏ ਮਨ ਮਾਨੇ।
ਜਿਹੜਾ ਗੁਰੂ ਨੂੰ ਮਨ ਕਰਕੇ ਮੰਨ ਲੈਂਦਾ ਨਾ ਗੁਰੂ ਦੇ ਉਪਦੇਸ਼ ਨੂੰ, ਅਸਲ ਵਿੱਚ ਸਿੱਖ ਹੈ ਹੀ ਉਹ। ਕਿਉਂਕਿ ਸਿੱਖੀ ਇਕੱਲੇ ਪਹਿਰਾਵੇ ਤੇ ਨਹੀਂ ਖੜੀ, ਸਿੱਖੀ ਦਿਖਾਵੇ ਤੇ ਨਹੀਂ ਖੜੀ, ਸਿੱਖੀ ਹੈ ਗੁਰੂ ਦੇ ਬਚਨਾਂ ਦੇ ਉੱਤੇ। ਜਿਹਨੇ ਗੁਰੂ ਸਾਹਿਬ ਦੇ ਬਚਨ ਮੰਨ ਲਏ ਉਹ ਗੁਰੂ ਕਾ ਸਿੱਖ ਹੈ। ਇਹਨਾਂ ਨੇ ਗੁਰੂ ਸਾਹਿਬ ਦੇ ਬਚਨ ਮੰਨੇ, ਉਹਦੀ ਕਮਾਈ ਕੀਤੀ, ਜਾਤੀ ਕਰਕੇ ਭਾਵੇਂ ਬ੍ਰਾਹਮਣ ਸਨ, ਗੁਰੂ ਕੇ ਸਿੱਖ ਬਣੇ। ਹੋਤ ਪਇਓ ਤਿਨ ਕੋ ਕਲਿਆਣੇ, ਅੰਤ ਨੂੰ ਉਹਨਾਂ ਦੀ ਕਲਿਆਣ ਹੋਈ ਹੈ ਜੀ, ਜਿਹੜੇ ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਮੰਨ ਕੇ ਉਹਦੀ ਕਮਾਈ ਕਰ ਲੈਂਦੇ ਨੇ। ਸਤਿਗੁਰੂ ਕਿਰਪਾ ਕਰਨ, ਜੋ ਵੀ ਉਪਦੇਸ਼ ਆਪਾਂ ਗੁਰੂ ਸਾਹਿਬ ਜੀ ਦਾ ਸਰਵਣ ਕਰਦੇ ਹਾਂ, ਉਹਨਾਂ ਬਚਨਾਂ ਦੀ ਕਮਾਈ ਕਰ ਸਕੀਏ, ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਵਾਸਤੇ ਅਸੀਸ ਦੇਣੀ। ਆਓ ਅਖੀਰਲੀਆਂ 2 ਪੰਕਤੀਆਂ ਸਰਵਣ ਕਰਕੇ ਇੱਥੇ ਫਤਿਹ ਬੁਲਾਈਏ ਜੀ। ਹੋਤ ਭਇਓ ਤਿਨ ਕੋ ਕਲਿਆਣੇ, ਗੁਰ ਕੇ ਸਿੱਖ ਹੋਏ ਮਨ ਮਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾ